ਤਰਾਪੁਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਬਾਰ ਬਾਰ ਜਗਦੀਸ਼ਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਉਹ ਮਨੁੱਖ ਬੜਾ ਕਰਮਾਂ ਵਾਲਾ ਅਤੇ ਵਡਭਾਗੀ ਹੈ ਜਿਸ ਨੂੰ ਪ੍ਰਮਾਤਮਾ ਸਤ ਦੀ ਸੰਗਤ ਕਰਨ ਦਾ ਮੌਕਾ ਬਖਸ਼ਦਾ ਹੈ। ਮਨੁੱਖ ਨੂੰ ਦੁਨੀਆ ਦੀਆਂ ਬਹੁਤ ਬਾਹਰੀ ਵਸਤੂਆਂ ਪ੍ਰਾਪਤ ਨੇ, ਚੰਗੇ ਮਕਾਨ, ਚੰਗਾ ਪ੍ਰਸ਼ਾਦਾ, ਚੰਗਾ ਹੀ ਕੱਪੜਾ ਲੀੜਾ ਪ੍ਰਾਪਤ ਹੈ, ਪਰ ਜੇ ਉਸ ਨੂੰ ਸਤ ਸੰਗਤ ਨਹੀਂ ਮਿਲੀ, ਇੰਨਾ ਕੁਝ ਹੁੰਦਿਆਂ ਵੀ ਉਹਦਾ ਜੀਵਨ ਫਟਕਾਰਯੋਗ ਹੈ। ਇੰਨਾ ਕੁਝ ਹੁੰਦਿਆਂ ਵੀ ਉਹਨੇ ਜ਼ਿੰਦਗੀ ਵਿੱਚ ਕੁਝ ਨਹੀਂ ਖੱਟਿਆ ਗੁਰਬਾਣੀ ਦੇ ਮੁਤਾਬਕ, ਕਿਉਂਕਿ ਗੁਰਬਾਣੀ ਇਹ ਮੰਨਦੀ ਹੈ ਇਹ ਸਾਰੀਆਂ ਵਸਤੂਆਂ ਇੱਕ ਪਸ਼ੂ ਕੋਲ ਵੀ ਹੈ ਨਹੀਂ। ਇੱਕ ਪਸ਼ੂ ਵੀ ਖਾ ਸਕਦਾ ਹੈ, ਇੱਕ ਪਸ਼ੂ ਵੀ ਜਿਉਂਦਾ ਹੈ, ਇੱਕ ਪਸ਼ੂ ਆਪਣੇ ਬੱਚਿਆਂ ਦਾ ਲਾਲਨ ਪਾਲਨ ਕਰਦਾ ਹੈ, ਉਹਨਾਂ ਨੂੰ ਪਾਲਦਾ ਹੈ। ਇਹ ਵਸਤੂਆਂ ਤੇ ਇੱਕ ਪਸ਼ੂ ਦੇ ਕੋਲ ਵੀ ਹਨ। ਜੇ ਇਹ ਵਸਤੂਆਂ ਮਨੁੱਖ ਦੇ ਕੋਲ ਵੀ ਹੋਣ, ਜੋ ਕਿ ਬਹੁਤ ਜ਼ਰੂਰੀ ਹਨ, ਮਨੁੱਖ ਦੇ ਕੋਲ ਸਮਾਜਿਕ ਤੌਰ ਤੇ ਚੰਗੇ ਕੱਪੜਿਆਂ ਵਸਤਰਾਂ ਦਾ ਹੋਣਾ, ਪ੍ਰਸ਼ਾਦੇ ਪਾਣੀ ਦਾ ਹੋਣਾ ਔਰ ਮਕਾਨ ਦਾ ਹੋਣਾ ਅਤ ਜ਼ਰੂਰੀ ਹੈ। ਇਹਦੀ ਮੁੱਢਲੀ ਜ਼ਰੂਰਤ ਹੈ। ਪਰ ਜੇ ਇਹ ਚੀਜ਼ਾਂ ਇਸ ਦੇ ਕੋਲ ਹਨ ਪਰ ਪਰਮੇਸ਼ਰ ਦੀ ਬੰਦਗੀ ਔਰ ਉਹਦੇ ਬਾਰੇ ਅੱਜ ਤਾਈਂ ਇਹਨੇ ਨਹੀਂ ਜਾਣਿਆ, ਗੁਰਬਾਣੀ ਕਹਿੰਦੀ ਫਿਰ ਇੱਕ ਪਸ਼ੂ ਤੋਂ ਵੱਡਾ ਇਹ ਨਹੀਂ ਹੈ। ਇਸ ਦੀ ਜ਼ਿੰਦਗੀ ਫਟਕਾਰਯੋਗ ਹੈ, ਧ੍ਰਿਗ ਹੈ, ਔਰ ਆਪਣੀ ਜ਼ਿੰਦਗੀ ਦੇ ਵਿੱਚ ਇਹ ਮਨੁੱਖ ਜ਼ਿੰਦਗੀ ਤੋਂ ਨਾ ਸ਼ਾਂਤੀ ਪ੍ਰਾਪਤ ਕਰੇਗਾ ਨਾ ਆਨੰਦ ਪ੍ਰਾਪਤ ਕਰੇਗਾ। ਬਾਣੀ ਦਾ ਫਰਮਾਨ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਜਾਂ ਮਹਾਰਾਜ ਇਵੇਂ ਵੀ ਕਹਿੰਦੇ ਨੇ, ਵਿਣ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਿਉਂਕਿ ਜੇ ਸੰਗਤ ਨਹੀਂ ਮਿਲ ਰਹੀ, ਸਤ ਸੰਗਤ ਨਹੀਂ ਮਿਲ ਰਹੀ, ਕਈ ਵਾਰੀ ਬੇਨਤੀ ਕੀਤੀ, ਜਾਂ ਤੇ ਮਨੁੱਖ ਦਾ ਰੋਜ਼ ਕੁਝ ਘਟ ਰਿਹਾ ਜਾਂ ਕੁਝ ਵੱਧ ਰਿਹਾ ਹੈ, ਜਾਂ ਤੇ ਮਨੁੱਖ ਦੇ ਅੰਦਰ ਰੋਜ਼ ਸੱਚਾਈ ਵੱਧ ਰਹੀ ਹੈ ਜਾਂ ਫਿਰ ਝੂਠ ਵੱਧ ਰਿਹਾ ਹੈ। ਔਰ ਇਹ ਪਤਾ ਕਿੱਥੋਂ ਲੱਗੇਗਾ? ਉਹਦੀ ਸੰਗਤ ਤੋਂ। ਮਨੁੱਖ ਕਿੰਨਾ ਮਨੁੱਖਾਂ ਦੀ ਸੰਗਤ ਕਰਦਾ ਹੈ, ਉਸ ਤੋਂ ਪਤਾ ਲੱਗੇਗਾ ਇਸ ਦੀ ਜ਼ਿੰਦਗੀ ਵਿੱਚ ਕੀ ਵੱਧ ਰਿਹਾ ਹੈ। ਝੂਠ ਦਾ ਵਸੇਬਾ ਜ਼ਿਆਦਾ ਹੈ ਜਾਂ ਸੱਚ ਦਾ ਵਸੇਬਾ ਜ਼ਿਆਦਾ। ਜਿਹੜੀ ਚੀਜ਼ ਦੇ ਨਾਲ ਮਨੁੱਖ ਜ਼ਿਆਦਾ ਸਮਾਂ ਬਿਤਾਉਂਦਾ ਆਪਣੀ ਜ਼ਿੰਦਗੀ ਦਾ, ਮਨੁੱਖ ਉਹੋ ਜਿਹਾ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹੋ ਜਿਹੇ ਭਾਵਾਂ ਵਿੱਚ ਜਿਉਣਾ ਸ਼ੁਰੂ ਹੋ ਜਾਂਦਾ ਹੈ ਔਰ ਉਹੋ ਜਿਹੀ ਫਿਰ ਦੁਨੀਆ ਹੋ ਜਾਂਦੀ ਹੈ। ਅੱਜ ਦੁਨੀਆ ਦਾ ਜਿਹੜਾ ਅਸੀਂ ਨਕਸ਼ਾ ਵੇਖ ਰਹੇ ਹਾਂ, ਇਹ ਐਸਾ ਐਵੇਂ ਨਹੀਂ ਹੋ ਗਿਆ, ਇੱਕ ਦੂਜੇ ਨੂੰ ਵੇਖ ਵੇਖ ਕੇ ਹੋਇਆ। ਇੱਕ ਚੋਰ ਹੈ ਦੂਜਾ ਵੀ ਹੋਇਆ, ਇੱਕ ਬੇਈਮਾਨ ਹੈ ਦੂਜਾ ਵੀ ਹੋਇਆ, ਇੱਕ ਭ੍ਰਸ਼ਟਾਚਾਰੀ ਹੈ ਦੂਜਾ ਵੀ ਹੋ ਗਿਆ। ਕਿਉਂ? ਸਾਰੇ ਹੀ ਨੇ। ਇਸ ਕਰਕੇ ਸਤ ਸੰਗਤ ਇਸ ਸਮੇਂ ਵਿੱਚ ਬਹੁਤ ਜ਼ਰੂਰੀ ਹੈ। ਸਤ ਸੰਗਤ ਮਨੁੱਖ ਨੂੰ ਸਿੱਧਾ ਰਾਸਤਾ ਵਿਖਾਉਂਦੀ ਹੈ, ਇੱਕ ਡਾਇਰੈਕਸ਼ਨ ਦਿੰਦੀ ਹੈ। ਗੁਰੂ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਦਿਸ਼ਾ ਦਿੰਦਾ ਹੈ। ਸਾਧ ਸੰਗਤ ਮਨੁੱਖ ਦੀ ਜ਼ਿੰਦਗੀ ਦੀ ਦਸ਼ਾ ਕੈਸੀ ਹੈ, ਇਹ ਵੇਖਣਾ ਪਏਗਾ ਉਹਦੀ ਜ਼ਿੰਦਗੀ ਦੀ ਦਿਸ਼ਾ ਕੀ ਹੈ। ਜਿਹੜੀ ਚੀਜ਼ ਦੀ ਜ਼ਿੰਦਗੀ ਦੀ ਦਿਸ਼ਾ ਹੈ, ਉਹੋ ਜਿਹੀ ਉਹਦੀ ਦਸ਼ਾ ਹੈ। ਜਿਹਨੂੰ ਸਟੇਟ ਕਹਿੰਦੇ ਆ, ਉਹੋ ਜਿਹੀ ਜ਼ਿੰਦਗੀ ਵਿੱਚ ਉਹ ਜੀ ਰਿਹਾ ਹੈ।
कई बारी उस दिन भी एक साखी होंदी है, एक कहानी है। जहाज चल रहा सी, जिहड़ा पायलट है सवारियां नूं कहंदा है जहाज फेल हो गया है। दो चीज़ां मैं तुहानूं दसांगा, एक चंगी है एक माड़ी है। तो आंदे पहला चंगी दसो। चंगी ये है, पहला माड़ी दसो। माड़ी ये है अपने जिहड़ा जहाज है इहदा रेडार खराब हो गया है, ये दिशा नहीं दस रहा। चंगी की है? चंगी ये है जिहड़ी भी दिशा विच जा रहा बड़ी तेजी नाल जा रहा है। सत्संग एवें मनुख की जिंदगी है। मनुख की जिंदगी जिस जेड़े बन्ने भी जा रही है, जेड़ी साइड वाल भी जा रही है, बड़ी तेजी नाल जा रही है। मनुख का शरीर बुढ़ेपे वाल नूं जा रहा, बड़ी तेजी वाल नूं जा रहा है। ये दिशा असीं सही नहीं कर पावांगे। मनुख का जिंदगी जिहड़ी मनमुख बनन वाल नूं जा रही है, बड़ी तेजी नाल जा रही है। मनुख गुरु तो टुटिया होया है, मैल भर रही है, बड़ी तेजी नाल भर रही है। ਇਹਦੇ अंदर सत संगत आएगी, बड़ी तेजी नाल आएगी। ज्यों ज्यों गुरु की बाणी दे विच बैठेगा, शब्दां नूं सुनेगा। आपां कल तई ये श्रवण कीता सी, अज तो 2 दिन पहला, क्योंकि अचानक ही विच आपां पाठ उधर नहीं अनाउंस कर सके, क्योंकि सवेरे ही ये सलाह बनी पाठ रखण दी। खेड़ा नां दा ब्राह्मण है, जिहड़ा गुरु साहब जी दे कोल गोइंदवाल साहब आया। गोइंदवाल साहब आके उहदे मन विच ये, क्योंकि महाराज का विधान सी पहला पंगत, फिर संगत, पहला लंगर छको फिर संगत करो। कहंदा मैं इन्हां लोकां दे विच बह के लंगर नहीं छक सकदा। कारण की है? मैं उच्ची कुल वाला हाँ, मैं ब्राह्मण हाँ, शूद्रां विच बह के मैं रोटी नहीं खानी। ये उहदे मन दे विच गिलान उठी और गुरु साहब जी के दर्शन किए बिना ही चला गया। राह विच जा रहा है, जिथे भी उन्होंने रात को भयानक सुपना आया। जेड़े भी इष्ट देव नूं पूजदा है, वो इष्ट देव उहदे सुपने में आया। कहना जगत के उदाहरण वास्ते गुरु अमरदास जी ने अवतार लिया है, तू उन्होंने छड्ड के आ गया। ये दोबारा फिर गोइंदवाल साहब गया, उत्थे पहला जाके इन्हें लंगर छकिया। फिर एक खेड़ा नां दा ब्राह्मण गुरु अमरदास जी नूं मिलिया। हुण गुरु अमरदास जी सामने कुछ बेनतियां करदा है, वो बेनतियां दा उत्तर गुरु जी किवें दिंदे ने, ये कथा हुण अगे प्रारंभ होएगी। आप जी बड़े ध्यान नाल एकाग्रता दे नाल श्रवण करो। आरंभ करन तो पहला गुरु जी वल्लों बख्शे हुए गुरु मंत्र नाल सांझ पाइए। सतनाम श्री वाहेगुरु साहिब जी, सतनाम श्री वाहेगुरु साहिब जी। कुपत रूप तब हेरन करियो, सुने बात जिस के मैं मुरियो। महाराज उन्होंने कहते ने, महाराज नूं अपनी सारी वृथा दस रहा है। कहते महाराज इत्थे मुड़ के मैं तां आया, मैं सुपने विच कुपत रूप वेख्या, बड़ा डराना रूप वेख्या। वो वेखण करके मेरा मन मुरझा गया और मैं आप जी के दर्शन करने लिए आ गया। हाँ सो स्वरूप जग मात महाबर, भई के नहीं प्रसन्न मोहे पर। वो कहता है वो जिहड़ा रूप मैनू इवें लगता है दुर्गा माता का सी, जिहड़ा उन्होंने सुपने में आया है। पर मेरे मन के अंदर एक संदेह है, एक शंका है भी वो मेरे ते खुश होए ने कि नहीं होए ने, ये बारे मैं जानना चाहता। हाँ एहो संदेहो मां और मेरे, मिटहे ना बिना भगवंती हेरे। यही संदेह मेरे दिमाग में चल रहा है, पर यह संदेह बिना भगवती नूं वेखे नहीं मिट सकता है। तुम समरथ सब रीत महाना, कृपा करो संशय उरहाना। तुसी ते सारी चीज़ों के विच समर्थ हो। महाराज नूं वो बेनती करदा है, तुहाडे कोल सारे खजाने ने, हरेक चीज़ विच तुसी समर्थ हो। तुसी कृपा करो मेरे अंदर दे इस शंके नूं दूर करो। सुन श्री सतगुर बिकसे भाख्यो, इम पी होए जता अभिलाख्यो। महाराज जी उन्होंने सुन के
ਗੱਲ ਉਹਦੀ ਸੁਣੀ, ਸਵਾਲ ਸੁਣਿਆ, ਮੁਸਕਰਾ ਪਏ। ਮੁਸਕਰਾ ਕੇ ਕਹਿੰਦੇ ਨੇ ਜਿਵੇਂ ਤੁਹਾਡੇ ਮਨ ਵਿੱਚ ਹੈ ਉਸੇ ਤਰੀਕੇ ਨਾਲ ਹੀ ਹੋ ਜਾਏਗਾ। ਸਕਤ ਨਾ ਆਸ ਜੋ ਦੁਰਗਾ ਹੇਰੈ, ਹੋਏ ਬਿਦਤ ਠਹਿਰੈ ਨਾ ਅਕੇਰੈ। ਮਹਾਰਾਜ ਇੱਕ ਗੱਲ ਕਹਿੰਦੇ ਨੇ, ਤੂੰ ਕਿਸੇ ਦੀ ਵੀ, ਕਿਉਂਕਿ ਜਦੋਂ ਬੰਦਾ ਬੰਦਗੀ ਕਰਦਾ ਹੈ, ਕਿਉਂਕਿ ਸਾਧ ਸੰਗਤ ਜਿਹੜਾ ਅੰਦਰ ਪਰਮਾਤਮਾ ਦੇ ਦਰਸ਼ਨਾਂ ਦਾ ਗਿਆਨ ਪਹੁੰਚਾਉਣਾ, ਇਹ ਵੀ ਹਰੇਕ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਾਧ ਸੰਗਤ ਅਸਲ ਦੇ ਵਿੱਚ ਮਨੁੱਖ ਜਦੋਂ ਰਾਜ ਹੁੰਦਾ ਨਾ, ਦੁਨਿਆਵੀ ਰਾਜ, ਕੋਈ ਵੀ ਪਦਵੀ ਮਿਲ ਜਾਏ, ਮਨੁੱਖ ਆਪਣੀ ਜ਼ਿੰਦਗੀ ਵਿੱਚ ਉਹਨੂੰ ਕੁਝ ਵੀ ਮਿਲਿਆ ਹੋਏ, ਉਸ ਨੂੰ ਪਚਾ ਲੈਣਾ ਕਿਸੇ ਕਿਸੇ ਦੇ ਵੱਸ ਦੀ ਗੱਲ ਹੈ। ਪਹਿਲੀ ਗੱਲ, ਜੇ ਕਿਸੇ ਕੋਲ ਸੁੰਦਰ ਰੂਪ ਹੈ, ਉਹਨੂੰ ਪਹੁੰਚਾਉਣਾ ਬੜਾ ਔਖਾ ਹੈ। ਮਨੁੱਖ ਕੋਲ ਦੁਨਿਆਵੀ ਤੌਰ ਤੇ ਕੋਈ ਮਾਣ ਵਡਿਆਈ ਹੈ, ਵੱਡੀ ਪਦਵੀ ਹੈ, ਉਹ ਹੁੰਦਿਆਂ ਮਾਣ ਨਾ ਕਰਨਾ, ਇਹ ਕਿਸੇ ਕਿਸੇ ਦੇ ਵੱਸ ਦੀ ਗੱਲ ਹੈ। ਅਸਲ ਦੇ ਵਿੱਚ ਰਾਜ ਨੂੰ ਪਚਾ ਲੈਣਾ ਇਹ ਕਿਸੇ ਕਿਸੇ ਦੇ ਵੱਸ ਦੀ ਗੱਲ ਹੈ। ਜਿਵੇਂ ਮਨੁੱਖ ਦੀ ਜੇਬ ਦੇ ਵਿੱਚ ਪੈਸੇ ਆਉਂਦੇ ਨੇ ਔਰ ਸੀਟ ਦੇ ਥੱਲੇ ਕੁਰਸੀ ਆਉਂਦੀ ਹੈ, ਕੋਈ ਮਰਜ਼ੀ ਆਏ, ਵੱਡੀ ਤੋਂ ਵੱਡੀ ਆਏ, ਛੋਟੀ ਤੋਂ ਛੋਟੀ ਆਏ, ਕੋਈ ਵਿਰਲਾ ਮਨੁੱਖ ਹੁੰਦਾ ਜਿਹੜਾ ਅਭਿਮਾਨੀ ਨਾ ਹੋਏ, ਵਿਰਲਾ, ਜਿਹਦੇ ਅੰਦਰ ਪ੍ਰਮਾਤਮਾ ਨੇ ਕਿਤੇ ਥੋੜੀ ਜੀ ਆਪਣਾ ਭੈ ਪਾਇਆ, ਡਰ ਪਾਇਆ। ਨਹੀਂ, ਹਰੇਕ ਮਨੁੱਖ ਐਸੀ ਪ੍ਰਤੀਕਿਰਿਆ 'ਚ ਉਹਦਾ ਵੇਖਣਾ ਸੁਣਨਾ ਬਦਲ ਜਾਂਦਾ ਹੈ। ਵਿਰਲੇ ਮਨੁੱਖ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇਦਾਰ ਬਖਸ਼ੀ ਹੋਈ ਹੈ। ਹੁਣ ਇੱਥੇ ਮਹਾਰਾਜੇ ਕਹਿੰਦੇ ਨੇ ਤੂੰ ਦੇਵੀ ਦੇ ਦਰਸ਼ਨ ਤੇ ਕਰ ਲਵੇਂਗਾ, ਪਰ ਤੇਰੇ ਅੰਦਰ ਉਹ ਸਮਰੱਥਾ ਨਹੀਂ ਹੈ, ਤੂੰ ਉਸ ਚੀਜ਼ ਨੂੰ ਸਹਾਰ ਸਕੇ। ਕਿਉਂਕਿ ਸਾਧ ਸੰਗਤ, ਜਦੋਂ ਮਨੁੱਖ ਨੂੰ ਧਾਰਮਿਕ ਤਲ ਤੇ ਵੀ ਥੋੜਾ ਜਿਹਾ ਗਿਆਨ ਹੁੰਦਾ ਹੈ ਨਾ, ਉਹ ਫਿਰ ਮੋਢਿਆਂ ਉੱਤੋਂ ਦੀ ਗੱਲਾਂ ਕਰਦਾ ਹੈ। ਜਦੋਂ ਮਨੁੱਖ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਥੋੜਾ ਜਿਹਾ ਠੀਕ ਹੋ ਜਾਏ, ਥੋੜਾ ਜਿਹਾ ਕਦੇ ਝੂਠ ਨਾ ਬੋਲਿਆ ਹੋਏ, ਸਾਰੇ ਲੋਕ ਸਹੀ ਕਹਿਣ, ਬਸ ਫਿਰ ਮਨੁੱਖ, ਕਿਉਂਕਿ ਮਨੁੱਖ ਨੇ ਸ਼ੀਸ਼ਾ ਹੀ ਦੁਨੀਆ ਦਾ ਇਹ ਬਣਾਇਆ ਹੈ। ਮਨੁੱਖ ਨੂੰ ਆਪਣੇ ਬਾਰੇ ਨਹੀਂ ਕੀ ਪਤਾ, ਇਹਨੂੰ ਜੋ ਕੁਝ ਵੀ ਪਤਾ ਹੈ ਦੁਨੀਆ ਨੇ ਦੱਸਿਆ ਹੈ। ਇਹਦੇ ਨੇੜੇ ਤੇੜੇ ਕਈ ਸ਼ੀਸ਼ੇ ਲੱਗੇ ਹੋਏ ਨੇ, ਉਹ ਸ਼ੀਸ਼ੇ ਨੂੰ ਦੱਸਦੇ ਨੇ। ਜੇ ਕਿਸੇ ਨੇ ਕਹਿ ਦਿੱਤਾ ਤੂੰ ਠੀਕ ਹੈ ਤੇ ਠੀਕ ਹੈ। ਮਨੁੱਖ ਜੋ ਕੁਝ ਵੀ ਆਪਣੀ ਜ਼ਿੰਦਗੀ 'ਚ ਹੈ ਨਾ ਅੱਜ, ਉਹ ਬਾਹਰ ਦਿਆਂ ਸ਼ੀਸ਼ਿਆਂ ਨੇ ਦੱਸਿਆ ਇਹਨੂੰ। ਆਪਣੇ ਆਪ ਇਸ ਨੂੰ ਨਹੀਂ ਪਤਾ ਮੈਂ ਕੀ ਹਾਂ। ਲੋਕਾਂ ਨੇ ਕਹਿ ਦਿੱਤਾ ਤੂੰ ਬੜਾ ਚੰਗਾ ਹੈ, ਦੁਨੀਆ ਨੇ ਕਿਹਾ, ਇਹ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਚੰਗਾ, ਉਹਦਾ ਮਾਣ ਵੀ ਹੁੰਦਾ ਇਹਨੂੰ। ਦੁਨੀਆ ਕਹਿੰਦੀ ਹੈ ਤੂੰ ਬੜਾ ਅਮੀਰ ਹੈ, ਉਹ ਅਮੀਰ ਬਣ ਗਿਆ। ਜੇ ਉਹੀ ਦੁਨੀਆ ਇਹ ਕਹਿ ਦੇਵੇ ਤੂੰ ਬੜਾ ਗਰੀਬ ਹੈ, ਤੇਰੇ ਅੰਦਰ ਬੇਈਮਾਨੀ ਹੈ, ਤੂੰ ਭ੍ਰਸ਼ਟਾਚਾਰੀ ਹੈ, ਨਾਲੋਂ ਨਾਲੇ ਡਾਊਨ ਹੋ ਜਾਏਗਾ। ਇਹ ਜੋ ਕੁਝ ਵੀ ਇਹਨੂੰ ਦੁਨੀਆ ਦੱਸਦੀ ਹੈ। ਵਿਰਲੇ ਮਨੁੱਖ ਹੁੰਦੇ ਨੇ, ਫਿਰ ਐਸੇ ਵੀ ਹੁੰਦੇ ਨੇ ਜਿਹੜਾ ਆਪਣੇ ਆਪ ਨੂੰ ਜਾਣ ਲੈਂਦੇ ਨੇ, ਦੁਨੀਆ ਉਹਨਾਂ ਨੂੰ ਭ੍ਰਸ਼ਟਾਚਾਰੀ ਕਹਿੰਦੀ ਹੈ। ਫਿਰ ਉਹ ਪਤਾ ਕੀ ਕਹਿੰਦੇ ਨੇ, ਹਮ ਅਪਤਹਿ ਆਪਣੀ ਪਤ ਖੋਈ, ਹਮਰੀ ਖੋਜ ਪਰੈ ਮਤ ਕੋਈ। ਮੈਂ ਪੱਤਾ ਹਾਂ, ਆਪਣੀ ਪੱਤ ਖੋ ਦਿੱਤੀ ਹੈ, ਮੇਰੀ ਖੋਜ ਮਤ ਪੜਨਾ ਕੋਈ। ਇਸ ਕਰਕੇ ਸਾਧ ਸੰਗਤ ਗੁਰਬਾਣੀ ਕਹਿੰਦੀ ਜੇ ਕੋ ਖਾਵੈ ਜੇ ਕੋ ਪੁੰਚੈ। ਖਾਣਾ ਤੇ ਸੌਖਾ ਹੈ, ਪਚਾਣਾ ਔਖਾ ਹੈ। ਮੈਂ ਕਈ ਵਾਰੀ ਬੇਨਤੀ ਕਰਦਾ, ਨਾਮ ਜਪਣਾ ਸੌਖਾ ਹੈ, ਗੁਰਬਾਣੀ ਪੜ੍ਹ ਲੈਣੀ ਸੌਖੀ ਹੈ। ਗੁਰਬਾਣੀ ਪੜ੍ਹ ਕੇ ਮਾਣ ਨਾ ਆਏ, ਇਹ ਔਖਾ ਹੈ, ਉਹਨੂੰ ਪਹੁੰਚਾਉਣਾ। ਗਿਆਨ ਲੈ ਲੈਣਾ ਸੌਖਾ ਹੈ, ਗਿਆਨ ਲੈ ਕੇ ਹੰਕਾਰੀ ਨਾ ਹੋਣਾ ਇਹ ਬੜਾ ਔਖਾ ਹੈ। ਪਦਾਰਥ ਆ ਜਾਣੇ ਸੌਖੇ ਨੇ, ਪਦਾਰਥ ਆ ਕੇ ਪਦਵੀ ਪਾ ਲੈਣੀ ਸੌਖੀ ਹੈ, ਪਦਵੀ ਆ ਕੇ ਹੰਕਾਰੀ ਨਾ ਹੋਏ ਇਹ ਔਖਾ ਹੈ। ਇਸ ਕਰਕੇ ਈਸਾ ਮਸੀਹ ਕਹਿੰਦਾ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਗੱਲ ਕਦੀ ਨਹੀਂ ਮੰਨ ਸਕਾਂਗਾ, ਜਿਹੜੇ ਮਨੁੱਖ ਦੇ ਕੋਲ ਮਾਣ ਹੈ, ਵਡਿਆਈ ਹੈ, ਪਦਵੀ ਹੈ, ਕਹਿੰਦੇ ਊਠ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਏ ਇਹ ਮੈਂ ਮੰਨ ਸਕਦਾ, ਪਰ ਇੱਕ ਮਨੁੱਖ ਕੋਲ ਮਾਣ ਹੈ, ਵਡਿਆਈ ਹੈ, ਪਦਵੀ ਹੈ, ਉਹਦੇ ਵਿੱਚ ਮਾਣ ਨਾ ਹੋਏ ਇਹ ਮੇਰੇ ਤੋਂ ਮੰਨਿਆ ਨਹੀਂ ਜਾਂਦਾ, ਮੇਰੇ ਮੰਨਣ ਵਿੱਚ ਨਹੀਂ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਦਰਸ਼ਨ ਤੈਨੂੰ ਹੋ ਸਕਦੇ ਨੇ, ਪਰ ਦਰਸ਼ਨਾਂ ਨੂੰ ਪਹੁੰਚਾਉਣ ਦੀ ਸ਼ਕਤੀ, ਗਿਆਨ ਨੂੰ ਅੰਦਰ ਰੱਖਣ ਦੀ ਸ਼ਕਤੀ ਤੇਰੇ ਵਿੱਚ ਨਹੀਂ ਹੈ। ਇਸ ਗਤ ਕੋ ਔਰ ਲੇਹੋ ਵਿਚਾਰੀ, ਸੁਣ ਖੇਡੇ ਪੁਨ ਗਿਰਾ ਉਚਾਰੀ। ਉਹ ਕਹਿੰਦਾ ਨਹੀਂ, ਮਹਾਰਾਜ ਕਹਿੰਦੇ ਇਸ ਗਤੀ ਨੂੰ ਆਪਣੇ ਅੰਦਰ ਜਾਣ ਲੈ ਭਾਈ, ਕੋਈ ਗੱਲ ਨਹੀਂ, ਤੇਰੇ ਅੰਦਰ ਗਿਆਨ ਹੋ ਜਾਏਗਾ। ਕਿਉਂਕਿ ਸਮੇਂ ਤੋਂ ਪਹਿਲਾਂ ਜਦੋਂ ਵਸਤੂ ਮਿਲ ਜਾਂਦੀ ਹੈ ਨਾ, ਉਹ ਸੰਭਾਲਣੀ ਨਹੀਂ ਜਾਂਦੀ। ਸਾਧ ਸੰਗਤ, ਇੱਕ ਪਿਤਾ ਸਮੇਂ ਤੋਂ ਪਹਿਲਾਂ ਆਪਣੇ ਪੁੱਤਰਾਂ ਦੇ ਨਾਂ ਜ਼ਮੀਨ ਲਵਾ ਦੇ ਨਾ, ਜਦੋਂ ਸਮਝ ਵੀ ਨਾ ਹੋਏ,
ਔਰ ਨਾਂ ਲਵਾ ਦਿੱਤੀ ਪਹਿਲਾਂ ਹੀ ਪੁੱਤਰ ਡਾ ਦਿੰਦੇ ਨੇ। ਇਸ ਕਰਕੇ ਪਿਤਾ ਉਦੋਂ ਤਾਈਂ ਜ਼ਮੀਨ ਨਾਮ ਨਹੀਂ ਲਵਾਉਂਦੇ ਆਪਣੀ ਪ੍ਰੋਪਰਟੀ ਜਦੋਂ ਤਾਈਂ ਵੇਖਦਾ ਨਹੀਂ ਵੀ ਬੱਚਾ ਸਮਝਦਾਰ ਹੋਇਆ ਹੈ ਕਿ ਨਹੀਂ ਹੋਇਆ, ਕਿਉਂਕਿ ਵਸਤੂ ਸਾਂਭਣੀ ਸਮੇਂ ਤੋਂ ਪਹਿਲਾਂ ਵਸਤੂ ਮਿਲ ਜਾਏ ਔਖੀ ਹੈ ਸਾਂਭਣੀ। ਮਹਾਰਾਜ ਕਹਿੰਦੇ ਪਹਿਲਾਂ ਇਹ ਬੰਦਗੀ ਦਾ ਕੰਮ ਵੀ ਹੈ, ਬੰਦਗੀ ਪਹਿਲਾਂ ਰੋਜ਼-ਰੋਜ਼ ਕਰਨੀ ਪੈਂਦੀ ਹੈ, ਅੰਦਰ ਜਗ੍ਹਾ ਬਣਦੀ ਹੈ, ਬੰਦਗੀ ਫਿਰ ਸਾਂਭੀ ਜਾਂਦੀ ਹੈ। ਅੰਦਰ ਪਰਮੇਸ਼ਰ ਵੱਲੋਂ ਬਖਸ਼ਿਆ ਹੋਇਆ ਗਿਆਨ ਫਿਰ ਸਾਂਭਿਆ ਜਾਂਦਾ ਹੈ। ਨਹੀਂ ਐਸਾ ਵੀ ਹੁੰਦਾ ਹੈ, ਬਾਣੀ ਕਹਿੰਦੀ ਕਈ ਵਾਰੀ ਗਿਆਨ ਪੜ੍ਹ ਕੇ ਮਨੁੱਖ ਅੰਦਰ ਹੰਕਾਰ ਵੀ ਆ ਜਾਂਦਾ ਹੈ। ਆਪਣੀ ਸਮਝ ਦਾ ਹੰਕਾਰ ਮਨੁੱਖ ਨੂੰ ਸਭ ਤੋਂ ਵੱਡਾ ਹੈ। ਸਾਧ ਸੰਗਤ ਯਾਦ ਰੱਖਣਾ, ਮਨੁੱਖ ਨੂੰ ਜੇ ਸਭ ਤੋਂ ਵੱਡਾ ਹੰਕਾਰ ਹੈ ਨਾ ਤੇ ਆਪਣੀ ਅਕਲ ਦਾ ਹੈ। ਸ਼ਾਇਦ ਸ਼ਕਲ ਦਾ ਘੱਟ ਹੋਏ, ਅਕਲ ਦਾ ਜ਼ਿਆਦਾ ਹੈ। ਜਿਹੜਾ ਅਕਲ ਦਾ ਹੰਕਾਰ ਹੈ ਨਾ, ਘਰਾਂ ਵਿੱਚ ਲੜਾਈਆਂ ਅਕਲ ਦੇ ਹੰਕਾਰ ਦੀਆਂ ਨੇ। ਇੱਕ ਘਰ ਦੇ ਵਿੱਚ ਸਾਰੇ ਪਦਾਰਥ ਨੇ ਫਿਰ ਵੀ ਲੜਾਈ ਰਹਿੰਦੀ ਹੈ, ਜ਼ਰੂਰ ਉੱਥੇ ਅਕਲ ਦਾ ਹੰਕਾਰ ਵਿੱਚ ਲੜਦਾ ਹੋਏਗਾ। ਘਰਾਂ ਵਿੱਚ ਲੜਾਈ ਅਕਲ ਦੀ ਹੈ, ਮੈਂ ਚੰਗਾ ਮੇਰੀ ਗੱਲ ਮੰਨੀ ਜਾਏ, ਦੂਜਾ ਕਹਿੰਦਾ ਮੇਰੀ ਮੰਨੀ ਜਾਏ। ਔਰ ਯਾਦ ਰੱਖਣਾ ਸਾਧ ਸੰਗਤ, ਇੱਕ ਇਸਤਰੀ ਔਰ ਇੱਕ ਪੁਰਸ਼ ਦੇ ਵਿੱਚ, ਪਤੀ ਪਤਨੀ ਦੇ ਵਿੱਚ ਵੀ ਲੜਾਈ ਇਸੇ ਚੀਜ਼ ਦੀ ਅਕਲ ਦੀ ਹੈ। ਉਹਨੇ ਮੇਰੀ ਗੱਲ ਮੰਨੀ ਜਾਏ, ਮੈਨੂੰ ਜ਼ਿਆਦਾ ਪਤਾ ਹੈ, ਦੂਜਾ ਕਹਿੰਦਾ ਮੇਰੀ ਮੰਨੀ ਜਾਏ। ਹੰਕਾਰ ਅਕਲ ਦਾ ਹੈ। ਪਰ ਜਿਹੜੇ ਮਨੁੱਖ ਪਰਮਾਤਮਾ ਦੇ ਦਰ ਤੇ ਜੁੜ ਜਾਂਦੇ ਨੇ, ਸਭ ਤੋਂ ਪਹਿਲਾਂ ਉਹ ਅਕਲ ਦਾ ਹੰਕਾਰ ਛੱਡ ਦਿੰਦੇ ਨੇ, ਕਿਉਂਕਿ ਅਕਲ ਸੰਪੂਰਨ ਨਹੀਂ ਹੈ। ਬਾਣੀ ਕਹਿੰਦੀ ਅਕਲਾਂ ਤੇ ਤੇਰੇ ਕੋਲ ਹਜ਼ਾਰਾਂ ਹੋਣ, ਦੁਨੀਆ ਦੇ ਹਜ਼ਾਰਾਂ ਗ੍ਰੰਥ ਪੜ੍ਹੇ ਹੋਣ, ਹਜ਼ਾਰ ਪ੍ਰਕਾਰ ਦੀ ਵਿੱਦਿਆ ਹੋਏ, ਉਹ ਵੀ ਥੋੜੀ ਹੈ। ਇੱਥੇ ਤੇ ਮਨੁੱਖ ਨੇ ਗ੍ਰੰਥ ਕੋਈ ਨਹੀਂ ਪੜ੍ਹਿਆ ਹੁੰਦਾ ਤਾਂ ਹੰਕਾਰ ਆ ਜਾਂਦਾ ਹੈ। ਮੈਂ ਤਾਂ ਕਈ ਵਾਰ ਸੋਚਦਾ ਕਿ ਜਿਹਨੇ ਕਦੀ ਰਾਜਨੀਤੀ ਬਾਰੇ ਪੜ੍ਹਿਆ ਵੀ ਨਾ, ਉਹ ਵੀ ਰਾਜਨੀਤੀ ਉੱਤੇ ਲੈਕਚਰ ਦੇਣਾ ਸ਼ੁਰੂ ਕਰ ਦਿੰਦਾ ਹੈ। ਜਿਹੜੇ ਮਨੁੱਖ ਨੇ ਧਰਮ ਦੇ ਬਾਰੇ ਕਦੇ ਸਟੱਡੀ ਨਹੀਂ ਨਾ ਕੀਤੀ, ਧਰਮ ਹੈ ਕੀ ਹੈ, ਕਦੇ ਪਰਮੇਸ਼ਰ ਨੂੰ ਜਾਣਿਆ ਨਹੀਂ, ਉਹ ਪਰਮੇਸ਼ਰ ਤੇ ਤਕਰੀਨਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਸਾਧ ਸੰਗਤ ਯਾਦ ਰੱਖਣਾ, ਜਦੋਂ ਤਾਈਂ ਮਨੁੱਖ ਦੇ ਅੰਦਰ ਟਿਕਾ ਨਹੀਂ, ਜਿਹੜੇ ਮਨੁੱਖ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਉਹ ਇੱਕ ਹੀ ਗੱਲ ਕਹਿੰਦੇ ਨੇ, ਮੈਨੂੰ ਕੁਛ ਨਹੀਂ ਪਤਾ। ਉਹ ਤੇ ਇੱਕ ਗੱਲ ਕਹਿੰਦੇ ਨੇ, ਹਮ ਅਵਗੁਣ ਭਰੇ ਇਹ ਗੁਣ ਨਾਹੀਂ, ਅੰਮ੍ਰਿਤ ਛਾੜ ਵਿਖੇ ਵੇਖਾ। ਮੈਂ ਕਈ ਵਾਰੀ ਸੋਚਦਾ, ਸੁਕਰਾਤ ਦੀ ਮੈਨੂੰ ਗੱਲ ਬੜੀ ਵਾਰੀ ਯਾਦ ਆਉਂਦੀ ਹੈ। ਸੁਕਰਾਤ ਕਹਿੰਦਾ ਜਦੋਂ ਮੈਂ ਧਰਮ ਦੇ ਰਾਹ ਤੇ ਤੁਰਿਆ, ਜਾਂ ਐਵੇਂ ਕਹਿ ਲਓ ਜਦੋਂ ਮੈਂ ਬੱਚਾ ਸੀ, ਮੈਨੂੰ ਕਿਸੇ ਨੇ ਵੀ ਮੇਰੇ ਕੋਲ ਆਉਣਾ, ਮੈਂ ਹਰੇਕ ਮਨੁੱਖ ਨੂੰ ਇਹ ਗੱਲ ਕਹਿਣੀ, ਮੈਨੂੰ ਪੁੱਛੋ ਮੈਂ ਹਰੇਕ ਚੀਜ਼ ਜਾਣਦਾ ਹਾਂ। ਥੋੜਾ ਜਿਹਾ ਵੱਡਾ ਹੋਇਆ, ਜਿਹੜੇ ਮੇਰੇ ਕੋਲ ਆਉਂਦੇ ਸੀ ਮੈਂ ਇੱਕ ਗੱਲ ਕਹਿਣੀ, ਮੇਰੇ ਕੋਲ ਗਿਆਨ ਤੇ ਹੈ ਪਰ ਮੁਕੰਮਲ ਨਹੀਂ ਹੈ, ਸਾਰਾ ਕੁਝ ਮੈਂ ਨਹੀਂ ਜਾਣਦਾ, ਕੁਝ ਜਾਣਦਾ ਹਾਂ। ਕਹਿੰਦਾ ਅੱਜ ਮੈਂ ਬਜ਼ੁਰਗ ਹੋ ਗਿਆ, ਮੈਂ ਇੱਕ ਹੀ ਗੱਲ ਕਹਿੰਦਾ, ਮੈਂ ਕੁਝ ਵੀ ਨਹੀਂ ਜਾਣਦਾ। ਮਨੁੱਖ ਜਾਣ ਕੇ ਜੇ ਬੰਦਗੀ ਕਰੇਗਾ, ਬੰਦਗੀ ਕਰ ਕਰਕੇ ਇੱਕ ਹੀ ਚੀਜ਼ ਇਹਨੂੰ ਪਤਾ ਲੱਗਣੀ ਹੈ, ਮੈਂ ਕੁਝ ਵੀ ਨਹੀਂ ਹਾਂ। ਬੰਦਗੀ ਕਰ ਕਰਕੇ ਇਹ ਦ੍ਰਿਸ਼ਟਾ ਹੋ ਜਾਏਗਾ, ਹਜੇ ਤਾਈਂ ਦਰਸ਼ਕ ਹੈ। ਤਿੰਨ ਪ੍ਰਕਾਰ ਦੇ ਬੰਦੇ ਹੁੰਦੇ ਨੇ ਸਾਧ ਸੰਗਤ। ਇੱਕ ਉਹ ਨੇ ਜਿਹੜੇ ਦ੍ਰਿਸ਼ਯ ਵਿਖਾਉਣਾ ਚਾਹੁੰਦੇ ਨੇ। ਰਾਜਨੇਤਾ ਚਾਹੁੰਦਾ ਹੈ ਮੇਰਾ ਦ੍ਰਿਸ਼ਯ ਵੇਖਿਆ ਜਾਏ, ਮੈਨੂੰ ਲੋਕ ਸੁਣਨ, ਮੈਨੂੰ ਵੇਖਣ। ਵੱਡੇ ਵੱਡੇ ਜਿਹੜੇ ਐਕਟਰ ਨੇ ਉਹ ਦ੍ਰਿਸ਼ਯ ਵਿਖਾਉਂਦੇ ਨੇ, ਸਾਨੂੰ ਵੇਖਿਆ ਜਾਏ, ਕੋਈ ਵੱਧ ਤੋਂ ਵੱਧ ਸਾਨੂੰ ਲੋਕੀ ਵੇਖਣ, ਉਹ ਦ੍ਰਿਸ਼ਯ ਵਿਖਾਉਣਾ ਚਾਹੁੰਦੇ ਨੇ। ਦੂਜੇ ਨੰਬਰ ਦੇ ਦਰਸ਼ਕ ਨੇ ਜਿਹੜੇ ਵੇਖਣਾ ਚਾਹੁੰਦੇ ਨੇ। ਦੋ ਪ੍ਰਕਾਰ ਦੇ ਮਨੁੱਖ ਨੇ, ਇੱਕ ਦ੍ਰਿਸ਼ਯ ਵਿਖਾਉਣਾ ਚਾਹੁੰਦੇ ਨੇ। ਜਿਹੜੇ ਦ੍ਰਿਸ਼ਯ ਵਿਖਾਉਣਾ ਚਾਹੁੰਦੇ ਨੇ ਉਹ ਥੋੜੇ ਹੀ ਨੇ, ਦਰਸ਼ਕ ਜ਼ਿਆਦਾ ਨੇ। ਦਰਸ਼ਕਾਂ ਦੀ ਭੀੜ ਜ਼ਿਆਦਾ ਹੈ, ਮਨੁੱਖ ਵੇਖਦਾ ਬਸ, ਵੇਖੀ ਜਾ ਰਿਹਾ, ਕੀ ਵੇਖ ਰਿਹਾ ਇਹਨੂੰ ਪਤਾ ਨਹੀਂ। ਗੁਰਬਾਣੀ ਪੜ੍ਹਦੀ ਉਹ ਵੀ ਵੇਖ ਲਈ, ਉਹ ਵੀ ਕਬੂਲ, ਟੀਵੀ ਵੇਖ ਲਿਆ ਉਹ ਵੀ ਕਬੂਲ। ਦਰਸ਼ਕ ਹੈ, ਹਜੇ ਗੁਰਬਾਣੀ ਦਾ ਦਰਸ਼ਕ ਹੈ, ਹਜੇ ਪਰਮਾਤਮਾ ਦੀ ਬੰਦਗੀ ਦਾ ਦਰਸ਼ਕ ਹੈ। ਤੀਜਾ ਇਹ ਦ੍ਰਿਸ਼ਟਾ, ਇਹ ਬੜੇ ਘੱਟ ਨੇ, ਇਹਨਾਂ ਵਿੱਚ ਕੋਈ ਹੁੰਦਾ ਹੈ ਦ੍ਰਿਸ਼ਟਾ। ਦ੍ਰਿਸ਼ਟਾ ਕੌਣ ਹੈ ਇਹ ਵੀ ਦਰਸ਼ਕ ਹੈ, ਪਰ ਇਹ ਆਪਣੇ ਆਪ ਨੂੰ ਵੇਖਦਾ ਹੈ, ਦੂਜਿਆਂ ਨੂੰ ਨਹੀਂ ਵੇਖਦਾ। ਸਾਧ ਸੰਗਤ ਉਹ ਮਨੁੱਖ ਜ਼ਿੰਦਗੀ ਵਿੱਚ ਬੜੀ ਅਗਾਂਹ ਚਲੇ ਜਾਂਦੇ ਨੇ ਜਿਹੜੇ ਆਪਣੇ ਆਪ ਨੂੰ ਵੇਖਦੇ ਨੇ, ਮੇਰੇ ਅੰਦਰ ਕੀ ਕਸੂਰ ਹੈ। ਵੈਸੇ ਇਹ ਉਂਗਲ ਹੈ, ਇਹ ਅੱਗੇ ਜਾਂਦੀ ਹੈ, ਇਹਦਾ ਸੁਭਾਅ ਹੈ ਐਵੇਂ। ਪਰ ਕਈ ਵਾਰੀ ਕਈ ਮਨੁੱਖ ਵੇਖ ਲਓ ਜਿਹੜੇ ਸਿੱਖਣ ਵਾਲੇ ਨੂੰ ਕਹਿੰਦੇ, ਇੱਕ ਗੱਲ ਹੋਰ ਯਾਦ ਰੱਖਣਾ, ਪਹਿਲੀ ਉਂਗਲ ਕਿਸੇ ਵੱਲ ਹੈ, ਚਾਰ ਆਪਣੇ ਵੱਲ ਹੁੰਦੀਆਂ ਨੇ। ਇਹਦਾ ਮਤਲਬ ਆਪਣੇ ਅੰਦਰ ਗਲਤੀਆਂ ਸੰਕੇਤ ਕਰਦੀ ਹੈ ਉਂਗਲ ਵੀ ਤੇਰੇ ਅੰਦਰ ਗਲਤੀਆਂ ਜ਼ਿਆਦਾ ਨੇ।
ਆਪਣੇ ਵੱਲ ਵੇਖ। ਕੋਈ ਵਿਰਲਾ ਮਨੁੱਖ ਹੁੰਦਾ ਹੈ ਜਿਹੜਾ ਆਪਣੇ ਔਗਣ ਵੇਖੇ। ਔਰ ਸਾਧ ਸੰਗਤ ਕਹਿੰਦੇ ਨੇ ਮਨੁੱਖ ਸਿਰਫ ਆਪਣੇ ਆਪ ਨੂੰ ਸੁਧਾਰ ਲਏ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਸਿਰਫ ਆਪਣੇ ਆਪ ਨੂੰ ਸਵਾਰ ਲਏ। ਜਿਹਨੇ ਆਪਣੇ ਆਪ ਨੂੰ ਸਵਾਰ ਲਿਆ ਉਹਦੇ ਵਾਸਤੇ ਜੱਗ ਸੁਧਰਿਆ ਹੋਇਆ ਹੈ। ਜਿਹਨੇ ਆਪਣੇ ਆਪ ਨੂੰ ਨਹੀਂ ਸਵਾਰਿਆ ਉਹਦੇ ਵਾਸਤੇ ਹਰੇਕ ਮਨੁੱਖ ਹੀ ਮਾੜਾ ਹੈ। ਜਿਹੜਾ ਉਹਦੇ ਕਿਸੇ ਕੰਮ ਵਿੱਚ ਹਾਮੀ ਨਹੀਂ ਭਰੇਗਾ ਉਹ ਮਾੜਾ ਹੀ ਮਾੜਾ ਹੈ। ਅੱਜ ਕਿਸੇ ਵਾਸਤੇ ਅਸੀਂ ਚੰਗੇ ਆ, ਯਾਦ ਰੱਖਣਾ ਜਿਸ ਦਿਨ ਉਹਦੇ ਕਿਸੇ ਵੀ ਕੰਮ ਵਿੱਚ ਅਸੀਂ ਵਿਘਨ ਪਾ ਦੇਵਾਂਗੇ, ਉਹਦੀ ਸ਼ਾਨ ਦੇ ਖਿਲਾਫ, ਉਹਦੇ ਲੋਭ ਦੇ ਖਿਲਾਫ, ਉਹਦੇ ਹੰਕਾਰ ਦੇ ਖਿਲਾਫ, ਉਹਦੀ ਕਿਸੇ ਵੀ ਮਨਸ਼ਾ ਦੇ ਵਿੱਚ ਅਗਰ ਅਸੀਂ ਰੋੜਾ ਅਟਕਾ ਰਹੇ ਹਾਂ, ਨਾਲੋਂ ਨਾਲੋਂ ਸਾਡੇ ਤੇ ਕ੍ਰੋਧ ਕਰੇਗਾ। ਅੱਜ ਤੈਂ ਦੁਨੀਆ ਵਾਸਤੇ ਚੰਗੇ ਆ, ਕਿਉਂ? ਹਜੇ ਤੇ ਰਿਸ਼ਤੇਦਾਰਾਂ ਵਾਸਤੇ ਚੰਗੇ ਆ, ਉਹਨਾਂ ਦੇ ਕਿਸੇ ਕੰਮ ਵਿੱਚ ਅੜੇ ਨਹੀਂ। ਦੁਨੀਆ ਦੋਸਤਾਂ ਵਾਸਤੇ ਚੰਗੇ ਆ, ਅੜੇ ਨਹੀਂ। ਜਿਸ ਦਿਨ ਰੁਕਾਵਟ ਪੈਦਾ ਕਰਾਂਗੇ ਉਸ ਦਿਨ ਦੁਸ਼ਮਣੀ ਪੈਦਾ ਹੋਏਗੀ। ਵੱਡੇ ਵੱਡੇ ਪਰਮ ਮਿੱਤਰ ਦੁਸ਼ਮਣ ਬਣ ਜਾਂਦੇ ਨੇ। ਕਿਉਂ? ਕਿਤੇ ਨਾ ਕਿਤੇ ਦੋਸਤ ਨੇ ਆ ਕੇ ਵਿੱਚ ਰੋੜਾ ਅਟਕਾ ਦਿੱਤਾ, ਕਿਤੇ ਨਾ ਕਿਤੇ। ਪਰ ਯਾਦ ਰੱਖਣਾ ਦੋਸਤੀ ਉਦੋਂ ਤਾਈਂ ਚੱਲਦੀ ਰਹਿੰਦੀ ਹੈ ਜਦੋਂ ਤਾਈਂ ਅਸੀਂ ਉਹਦੇ ਰੋੜਾ ਨਹੀਂ ਅਟਕਾ ਰਹੇ। ਕਿਤੇ ਵੀ ਉਹਦੀ ਸ਼ਾਨ ਦੇ ਖਿਲਾਫ ਕੋਈ ਗੱਲ ਬੋਲੀ ਗਈ, ਕੋਈ ਵੇਖੀ ਗਈ, ਨਾਲੋਂ ਨਾਲ ਉਹ ਵੈਰੀ ਬਣ ਜਾਏਗਾ। ਕਿਉਂ? ਕਿਉਂਕਿ ਮਨੁੱਖ ਅਵਗੁਣਾਂ ਨੂੰ ਸਮਝਦਾ ਹੈ। ਇਸ ਕਰਕੇ ਆਪਣੇ ਆਪ ਨੂੰ ਵੇਖਣ ਵਾਲੇ ਘੱਟ ਨੇ। ਕੋਈ ਵੱਡੇ ਵੱਡੇ ਭਗਤ ਹੀ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਵੇਖਦੇ ਨੇ। ਮੈਂ ਤਾਂ ਕਹਿਣਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣਹੀਨ ਗੁਨਾਹਾਂ ਨਾਲ ਗੁਣਹੀਨ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਮੈਂ ਗੁਨਾਹਾਂ ਨਾਲ ਭਰਿਆ, ਲੋਕੀ ਮੈਨੂੰ ਦਰਵੇਸ਼ ਕਹਿੰਦੇ ਨੇ। ਕਹਿੰਦਾ ਮੈਨੂੰ ਆਪਣੇ ਆਪ ਦਾ ਪਤਾ ਹੈ, ਮੇਰੇ ਅੰਦਰ ਸਿਰਫ ਤੇ ਸਿਰਫ ਮੈਲ ਹੀ ਭਰੀ ਹੋਈ ਹੈ। ਕਰੁਣਾ ਕਰੋ ਦਿਖਾਵੋ ਮੋਹੀ, ਸਹੋ ਸਕਲ ਹੀ ਜਸ ਗਤ ਹੋਈ। ਮਹਾਰਾਜ ਜੀ ਕਹਿੰਦੇ ਨੇ, ਉਹ ਕਹਿਣ ਲੱਗਿਆ ਖੇਡਾ ਬ੍ਰਾਹਮਣ, ਮਹਾਰਾਜ ਮੈਨੂੰ ਦਰਸ਼ਨ ਵਿਖਾ ਦਿਓ, ਮੈਂ ਵੇਖਣਾ ਚਾਹੁੰਦਾ ਹਾਂ, ਮੈਂ ਸਹਾਰ ਲਵਾਂਗਾ। ਸ਼੍ਰੀ ਪ੍ਰਭ ਬੱਲੂ ਸੰਗ ਬਖਾਨਾ, ਇਸ ਕੋ ਬਹੁ ਪਾਨ ਮਹਿ ਪਾਨਾ। ਮਹਾਰਾਜ ਜੀ ਕਹਿੰਦੇ ਨੇ, ਮਹਾਰਾਜ ਜੀ ਕੋਲ ਇੱਕ ਸੇਵਕ ਰਹਿੰਦਾ ਗੁਰੂ ਅਮਰਦਾਸ ਜੀ ਕੋਲ, ਭਾਈ ਬੱਲੂ। ਭਾਈ ਬੱਲੂ ਨੂੰ ਮਹਾਰਾਜ ਜੀ ਕਹਿੰਦੇ ਬੱਲੂ ਤੂੰ ਇਹਦਾ ਹੱਥ ਫੜ। ਮਹਾਰਾਜ ਉਹਨੂੰ ਵੀ ਕਹਿੰਦੇ ਨੇ ਤੂੰ ਭਾਈ ਬੱਲੂ ਦਾ ਹੱਥ ਫੜ ਲੈ। ਅਬ ਲੈ ਜਾਹੋ ਬੀਚ ਚੋਬਾਰੇ, ਜਗ ਮਾਤਾ ਕੋ ਦਰਸ ਨਿਹਾਰੇ। ਮਹਾਰਾਜ ਕਹਿੰਦੇ ਇਹਨੂੰ ਚੁਬਾਰੇ ਵਿੱਚ ਲੈ ਜਾਓ। ਚੁਬਾਰੇ ਵਿੱਚ ਜਿਹੜੇ ਵੀ ਦਰਸ਼ਨ ਕਰਨਾ ਚਾਹੁੰਦਾ ਹੈ, ਜਿੱਥੇ ਮਹਾਰਾਜ ਰਹਿੰਦੇ ਹੁੰਦੇ ਸੀ, ਉੱਥੇ ਲੈ ਜਾਓ ਇਹਨੂੰ, ਉਹ ਦਰਸ਼ਨ ਪ੍ਰਾਪਤ ਹੋ ਜਾਣਗੇ। ਸੁਣ ਆਗਿਆ ਬੱਲੂ ਬਹਿ ਕਰ ਕੋ, ਅੰਤਰ ਜਾਏ ਦਿਖਾਇਓ ਘਰ ਕੋ। ਭਾਈ ਬੱਲੂ ਨੇ ਮਹਾਰਾਜ ਦੀ ਆਗਿਆ ਮੰਨੀ, ਉਹਦਾ ਹੱਥ ਫੜਿਆ ਬ੍ਰਾਹਮਣ ਦਾ, ਉਹਨੂੰ ਜਾ ਕੇ ਚੁਬਾਰੇ ਵਿੱਚ ਘਰ ਨੂੰ ਵਿਖਾ ਦਿੱਤਾ ਹੈ। ਦੇਖਿਓ ਤਪਤ ਤੇਜ ਰਵ ਜੈਸਾ, ਅਸਤਰ ਸ਼ਸਤਰ ਤੇ ਸੁਭ ਤਤ ਵਿਸ਼ੇਸ਼ਾ। ਉਹਨੂੰ ਸਰਗੁਣ ਰੂਪ ਦੇ ਵਿੱਚ ਪ੍ਰਕਾਸ਼ ਨਜ਼ਰ ਆਇਆ। ਪ੍ਰਕਾਸ਼ ਇੰਨਾ ਤੇਜ ਹੈ, ਬੜੇ ਵਿਚਿੱਤਰ ਪ੍ਰਕਾਰ ਦਾ ਦ੍ਰਿਸ਼ ਉਹਨੇ ਵੇਖਿਆ ਹੈ। ਅਸ਼ਟਭੁਜੀ ਜਬ ਦੇਖਣ ਕਰੀ, ਦਿਜ ਬਰ ਨੇ ਸੁਧ ਬੁੱਧ ਸਭ ਹਰੀ। ਜਦੋਂ ਉਸ ਨੇ ਐਸੇ ਦਰਸ਼ਨ ਵੇਖੇ ਅਸ਼ਟਭੁਜੀ ਦੇ, ਸੁਧ ਬੁੱਧ ਚਲੀ ਗਈ, ਸਾਰਾ ਕੁਝ ਖਤਮ ਹੋ ਗਿਆ, ਅੰਦਰੋਂ ਬੁੱਧੀ ਖਤਮ ਹੋ ਗਈ। ਕਿਉਂਕਿ ਜਦੋਂ ਬਹੁਤਾ ਜ਼ਿਆਦਾ ਮਨੁੱਖ ਦੇ ਕੋਲ ਕੁਝ ਆ ਜਾਏ ਨਾ, ਕਿਉਂਕਿ ਸਾਧ ਸੰਗਤ ਹੱਦ ਤੋਂ ਵੱਧ ਦਾ ਦੁੱਖ ਵੀ ਮਨੁੱਖ ਨੂੰ ਰਵਾ ਦਿੰਦਾ ਹੈ, ਹੱਦ ਤੋਂ ਵੱਧ ਦਾ ਸੁੱਖ ਵੀ ਮਨੁੱਖ ਨੂੰ ਗਵਾ ਦਿੰਦਾ ਹੈ। ਹੱਦ ਤੋਂ ਵੱਧ ਦਾ ਦੁੱਖ ਵੀ ਮਨੁੱਖ ਦੀ ਬੁੱਧੀ ਖਰਾਬ ਕਰ ਦਿੰਦਾ ਹੈ, ਹੱਦ ਤੋਂ ਵਧਿਆ ਹੋਇਆ ਸੁੱਖ ਵੀ ਮਨੁੱਖ ਦੀ ਮੱਤ ਮਾਰ ਦਿੰਦਾ ਹੈ। ਤਾਂ ਹੀ ਮਹਾਰਾਜ ਜੀ ਨੇ ਕਿਹਾ, ਮੈਂ ਤੇ ਇਹ ਕਹਿੰਦਾ, ਮਹਾਰਾਜ ਕਹਿੰਦੇ ਨੇ ਜਿਨ੍ਹਾਂ ਕੋਲ ਹੱਦ ਤੋਂ ਸੁੱਖ ਵੱਧ ਗਿਆ ਹੈ ਉਹ ਸਤ ਸੰਗਤ ਵਿੱਚ ਨਹੀਂ ਆਉਂਦੇ, ਕਿਉਂਕਿ ਮੱਤ ਵਿੱਚ ਇਹ ਗੱਲ ਆਏਗੀ ਨਹੀਂ। ਹੱਦ ਤੋਂ ਵੱਧ ਵਧਿਆ ਹੋਇਆ ਸੁੱਖ, ਸਰੀਰਿਕ ਸੁੱਖ ਮਨੁੱਖ ਨੂੰ ਰੱਬ ਦੇ ਨੇੜੇ ਲੱਗਣ ਹੀ ਨਹੀਂ ਦਿੰਦਾ। ਬਾਣੀ ਨੇ ਤਾਂ ਹੀ ਕਿਹਾ, ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਪਰਮਾਤਮਾ ਜਦੋਂ ਤਾਈਂ ਸੁੱਖ ਹੈ ਉਦੋਂ ਤਾਈਂ ਬੰਦਗੀ ਨਹੀਂ ਹੈ। ਮੈਂ ਤਾਂ ਕਈ ਵਾਰ ਕਹਿੰਦਾ ਹੈ, ਜਦੋਂ ਲੋਕ ਪਾਕਿਸਤਾਨ ਬਣਿਆ ਨਾ, ਪੰਜਾਬੀ ਲੋਕ ਇੱਧਰ ਆਏ,
ਇਹਨਾਂ ਕੋਲ ਕੁਛ ਨਹੀਂ ਸੀ। ਪਾਕਿਸਤਾਨੋਂ ਜਦੋਂ ਆਏ ਸਾਡੇ ਬਜ਼ੁਰਗ ਮੈਂ ਵੇਖਦਾ ਬੜੀ ਬੰਦਗੀ ਕਰਦੇ ਹੁੰਦੇ ਸੀ। ਬੰਦਗੀ ਕਰ ਕਰਕੇ ਉਹਨਾਂ ਨੇ ਇਹ ਚੀਜ਼ਾਂ ਪ੍ਰਾਪਤ ਕੀਤੀਆਂ, ਰਾਜ ਪ੍ਰਾਪਤ ਕੀਤੇ, ਜ਼ਮੀਨਾਂ ਬਣਾਈਆਂ। ਅੱਜ ਉਹਨਾਂ ਦੀਆਂ ਔਲਾਦਾਂ ਨੂੰ ਜ਼ਮੀਨਾਂ ਮਿਲ ਗਈਆਂ ਨੇ, ਕਮਾਉਣਾ ਨਹੀਂ ਪੈ ਰਿਹਾ, ਸੁੱਖ ਮਿਲ ਗਿਆ। ਹੁਣ ਉਹਨਾਂ ਦੀ ਜਿਹੜੀਆਂ ਅੱਗੇ ਔਲਾਦਾਂ ਨੇ ਉਹ ਗੁਰਦੁਆਰਿਆਂ ਵਿੱਚ ਨਹੀਂ ਆਉਂਦੀਆਂ। ਵੇਖ ਲਓ ਅੱਜ ਗੁਰਦੁਆਰਿਆਂ ਦੇ ਵਿੱਚ ਵੇਖੋ ਕਿੰਨੀ ਕੁ ਸੰਗਤ ਬੈਠੀ ਹੈ। ਇੱਥੇ ਨਹੀਂ, ਕਿਤੇ ਵੀ ਚਲੇ ਜਾਓ। ਕਾਰਨ ਕੀ ਹੈ? ਮਨੁੱਖ ਕੋਲ ਸੁੱਖ ਵੱਧ ਗਿਆ। ਮਨੁੱਖ ਨੂੰ ਜਿਹੜੀ ਚੀਜ਼ ਦੀ ਲੋੜ ਸੀ ਨਾ ਉਹ ਮਿਲ ਗਈ ਹੈ। ਹੁਣ ਜਿਸ ਦਿਨ ਉਹ ਚੀਜ਼ ਗਵਾਚੇਗੀ ਨਾ ਫਿਰ ਆ ਜਾਏਗਾ, ਫਿਰ ਮਹੀਨਾ ਦੋ ਆਏਗਾ, ਬੇਨਤੀ ਕਰੇਗਾ, ਫਿਰ ਮਿਲ ਜਾ। ਰੱਬ ਦਿਆਲੂ ਹੈ, ਉਹਨੇ ਫਿਰ ਦੇ ਦੇਣੀ ਹੈ, ਫਿਰ ਇਹਨੇ ਘਰ ਚਲਾ ਜਾਣਾ। ਇਹ ਗੁਰੂ ਦੇ ਸਾਹਮਣੇ ਸਿਰਫ ਪਦਾਰਥ ਮੰਗਣ ਆਉਂਦਾ ਹੈ, ਉਹ ਇਹਨੂੰ ਮਿਲ ਗਏ ਨੇ। ਜਿਸ ਦਿਨ ਪਦਾਰਥ ਮਿਲੇਗਾ, ਬਾਰ-ਬਾਰ ਆ ਰਿਹਾ ਮੈਨੂੰ ਬਾਹਰ ਦਾ ਵੀਜ਼ਾ ਲਵਾ ਦੇ, ਬਾਰ-ਬਾਰ ਆਏਗਾ। ਜਿਸ ਦਿਨ ਲੱਗ ਜਾਏਗਾ 15 ਦਿਨ ਫਿਰ ਆਉਂਦਾ, ਫਿਰ ਅੰਦਰੋਂ ਸੰਕਲਪ ਟੁੱਟ ਜਾਂਦਾ। ਫਿਰ ਜਦੋਂ ਸਾਲ 2 ਸਾਲ ਹੁਣ ਪੱਕਾ ਕਰਾ ਦੇ, ਫਿਰ 15-20 ਦਿਨ ਫਿਰ ਆਏਗਾ। ਮਹੀਨਾ ਵੀ ਸੇਵਾ ਕਰ ਸਕਦਾ, 2 ਮਹੀਨੇ। ਜਦੋਂ ਹੀ ਗੱਲ ਬਣ ਗਈ ਫਿਰ ਜਿਹੜੀ ਚੀਜ਼, ਕਿਉਂਕਿ ਗੁਰੂ ਦੇ ਨਾਲ ਸਾਡਾ ਕੋਈ ਰਿਸ਼ਤੇਦਾਰੀ ਵਾਲਾ ਰਿਲੇਸ਼ਨ ਨਹੀਂ ਹੈ, ਲੈਣ ਦੇਣ ਵਾਲਾ ਸੰਬੰਧ ਜਿਵੇਂ ਦੁਨੀਆ ਨਾਲ ਹੈ। ਮਤਲਬ ਗੁਰੂ ਦੇ ਨਾਲ ਸਾਡਾ ਕੋਈ ਪ੍ਰੇਮ ਨਹੀਂ ਹੈ, ਵਪਾਰੀ ਵਾਲਾ ਸਿਸਟਮ ਹੈ। ਕੋਈ ਚੀਜ਼ ਲੈਣ ਆਏ ਆ, ਲਈ ਹੈ ਤੇ ਚਲ ਗਏ ਆ ਬਸ। ਪ੍ਰੇਮ ਦੀਆਂ ਗੱਲਾਂ ਕੁਝ ਹੋਰ ਨੇ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਧ ਸੰਗਤ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਦੀ ਮਹਿਮਾ ਜੁਗ ਜੁਗ ਹੁੰਦੀ ਹੈ। ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣਿਆ ਹੈ, ਗੁਰੂ ਦੇ ਹੁਕਮਾਂ ਤੇ ਤੁਰੇ ਨੇ। ਔਰ ਸਾਧ ਸੰਗਤ ਦੀ ਗੱਲ ਨਹੀਂ ਹੈ, ਆਪ ਸੇਵਾ ਕਰੋਗੇ, ਸਤ ਸੰਗਤ ਵਿੱਚ ਆਉਂਦੇ ਹੋ, ਨਾਮ ਜਪੋਗੇ, ਜਿੰਨੇ ਕੁ ਪੁੰਨ ਫਲ ਬਣਨਗੇ ਉਹਦਾ ਜੋ ਵੀ ਬਣਦਾ ਉਹ ਰੱਬ ਦੇ ਦਿੰਦਾ, ਨਾਲੋਂ ਨਾਲ ਹੀ, ਰੱਖਦਾ ਨਹੀਂ ਹੈ। ਪਹਿਲਾਂ ਕਿਹਾ ਪਰਮਾਤਮਾ ਦੇ ਅਰਥ ਤੇ ਕੋਈ ਡੱਕਾ ਵੀ ਭੰਨ ਲਏ ਨਾ ਉਹ ਵੀ ਨਹੀਂ ਗਵਾਉਂਦਾ। ਤੇ ਸੇਵਾ ਤੇ ਬੜੀ ਵੱਡੀ ਗੱਲ ਹੈ। ਜਿੰਨਾ ਕੁ ਪੁੰਨ ਦਾਨ ਅਸੀਂ ਪਰਮਾਤਮਾ ਦੇ ਅਰਥ ਕਰਦੇ ਹਾਂ, ਜਿੰਨਾ ਕੁ ਸਾਨੂੰ ਉਹਦਾ ਫਲ ਮਿਲਦਾ ਹੈ ਉਹ ਸਾਨੂੰ ਮਿਲ ਹੀ ਜਾਂਦਾ ਹੈ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਇੱਕ ਤਿਲ ਜਿੰਨੀ ਵੀ ਘਾਲਣਾ ਉਹ ਰੱਖਦਾ ਨਹੀਂ ਹੈ, ਦੇ ਦਿੰਦਾ, ਕਿਸੇ ਵੀ ਰੂਪ ਵਿੱਚ ਦੇ ਦੇ। ਕਿਸੇ ਰਿਸ਼ਤੇਦਾਰ ਦੇ ਵਿੱਚੋਂ ਦੇ ਦੇਵੇ, ਕਿਸੇ ਬਿਜ਼ਨਸ ਦੇ ਵਿੱਚੋਂ ਦੇ ਦੇਵੇ, ਰੱਖਦਾ ਨਹੀਂ ਹੈ, ਉਹ ਦਿੰਦਾ ਜ਼ਰੂਰ ਹੈ। ਉਹਦਾ ਸੁਭਾਅ ਹੀ ਐਸਾ ਹੈ। ਔਰ ਮੈਂ ਤਾਂ ਕਹਿੰਦਾ ਰੱਬ ਦਾ ਸੁਭਾਅ ਵੀ ਕਿੱਡਾ ਭੋਲਾ ਹੈ। ਮਹਾਰਾਜ ਨੇ ਕਹਿੰਦੇ ਮਨੁੱਖ ਨੇ ਜਿੰਨੇ ਮਰਜ਼ੀ ਅਪਰਾਧ ਕੀਤੇ ਹੋਣ, ਆ ਕੇ ਪਰਮੇਸ਼ਰ ਅੱਗੇ ਰੋ ਲਵੇ ਸਿਰਫ, ਇਹ ਪਰਮੇਸ਼ਰ ਯਾਦ ਕਰ, ਪਰਮੇਸ਼ਰ ਜੀ ਮੇਰੇ ਪਾਪ ਬੜੇ ਨੇ, ਮੈਂ ਧਵਾਉਣ ਲਈ ਆਇਆ, ਸਿਰਫ ਬੇਨਤੀ। ਮਹਾਰਾਜ ਨੇ ਲੱਖ ਮੜਿਆ ਕਰ ਏਕ ਠੇ, ਏਕ ਰੱਤੀ ਦੇ ਪਾਹੇ। ਲੱਖਾਂ ਮਣਾ ਜੇ ਬਾਲਣ ਇਕੱਠਾ ਹੋਏ ਨਾ ਸਾਧ ਸੰਗਤ, ਉਹਨੂੰ ਸਾੜਨ ਦੇ ਲਈ ਕੋਈ ਇਹ ਨਹੀਂ ਹਜ਼ਾਰਾਂ ਟਨ ਅੱਗ ਦੀ ਲੋੜ ਹੈ, ਨਹੀਂ। ਇੱਕ ਲੱਖਾਂ ਮਣ ਲੱਕੜ ਹੋਏ, ਉਹਨੂੰ ਸਾੜਨ ਦੇ ਲਈ ਸਿਰਫ ਇੱਕ ਚਿੰਗਾਰੀ ਦੀ ਲੋੜ ਹੈ। ਐਵੇਂ ਮਨੁੱਖ ਦੇ ਲੱਖਾਂ ਪਾਪ ਇਕੱਠੇ ਹੋਣ, ਉਹਦੇ ਵਾਸਤੇ ਲੱਖਾਂ ਪੁੰਨ ਕਰਨ ਦੀ ਲੋੜ ਨਹੀਂ ਹੈ। ਸਿਰਫ ਇੱਕ ਵਾਰੀ ਦਿਲੋਂ ਵਾਹਿਗੁਰੂ ਕਹਿਣ ਦੀ ਲੋੜ ਹੈ, ਰੱਬ ਦਾ ਨਾਂ ਲੈਣ ਦੀ ਲੋੜ ਹੈ। ਬਸ ਕੋਈ ਵੀ ਨਾਂ ਲਏ, ਇੱਕ ਵਾਰੀ ਉਹਨੂੰ ਦਿਲੋਂ ਪੁਕਾਰਨ ਦੀ ਲੋੜ ਹੈ, ਇੱਕ ਵਾਰੀ ਦਿਲੋਂ ਉਹਨੂੰ ਅਰਦਾਸ ਕਰਨ ਦੀ ਲੋੜ ਹੈ। ਇਸ ਕਰਕੇ ਇਹ ਜਿਹੜਾ ਬ੍ਰਾਹਮਣ ਹੈ ਖੇਡਾ, ਉੱਥੇ ਗਿਆ ਦਰਸ਼ਨ ਜਦੋਂ ਇਹਨੂੰ ਮਿਲੇ। ਹੁਣ ਦਰਸ਼ਨ ਦੇ ਪ੍ਰਾਪਤ ਹੋਏ ਬੁੱਧ ਨਹੀਂ ਰਹੀ, ਕਿਉਂਕਿ ਜਦੋਂ ਹੱਦ ਤੋਂ ਵੱਧ ਪ੍ਰਕਾਸ਼ ਮਿਲ ਗਿਆ ਉਹ ਵੀ ਮਨੁੱਖ ਤੋਂ ਹਜਮ ਨਹੀਂ ਹੁੰਦਾ ਹੈ। ਵਿਆਕੁਲ ਹੋਏ ਧਰਨ ਗਿਰ ਪਰਿਓ, ਮੁਰਛਤ ਪਰਿਓ ਪ੍ਰਾਣ ਜਨ ਹਰਿਓ। ਮੁਰਸ਼ਦ ਵਿਆਕੁਲ ਹੋ ਕੇ ਧਰਤੀ ਤੇ ਡਿੱਗ ਪਿਆ, ਐਵੇਂ ਡਿੱਗਿਆ ਐਵੇਂ ਲੱਗਦਾ ਜਿਵੇਂ ਇਸ ਦੇ ਵਿੱਚ ਪ੍ਰਾਣ ਹੀ ਨਹੀਂ ਰਹੇ ਹਨ। ਬੱਲੂ ਨੇ ਸੁਧ ਸਰਬ ਸੁਨਾਈ, ਗੁਰੂ ਕਹਿਓ ਲੈ ਆਓ ਉਠਾਈ। ਬੱਲੂ ਨੇ ਜਾ ਕੇ ਸਾਰੀ ਗੱਲ ਮਹਾਰਾਜ ਨੂੰ ਦੱਸੀ, ਮਹਾਰਾਜ ਉਹ ਤੇ ਡਿੱਗ ਗਿਆ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਉਹਨੂੰ ਡਿੱਗੇ ਹੋਏ ਨੂੰ ਮੇਰੇ ਕੋਲ ਉਠਾ ਕੇ ਲੈ ਆਓ। ਦਿਨ ਬਲ ਕਰਕੇ ਤਾਹੇ ਉਠਾਵਾ, ਆਨ ਪ੍ਰਭੂ ਕੇ ਪਾਇਨ ਪਾਵਾ। ਭਾਈ ਬੱਲੂ ਨੇ ਬਲ ਦੇ ਨਾਲ ਉਹਨੂੰ ਚੁੱਕਿਆ, ਚੁੱਕ ਕੇ ਆ ਕੇ ਗੁਰੂ ਜੀ ਦੇ ਸਾਹਮਣੇ ਉਹਨੂੰ ਲਿਟਾ ਦਿੱਤਾ ਹੈ। ਵੇਖ ਸ੍ਰੀ ਅਮਰਦਾਸ ਤਿਸ ਕਾਲਾ, ਗਹਿ ਕੇ ਚਿੰਬਕ ਉਠਾਏ ਬਿਠਾਲਾ। ਗੁਰੂ ਅਮਰਦਾਸ ਜੀ ਨੇ ਉਹਦੇ ਵੱਲ ਵੇਖਿਆ ਤੇ ਉਹਨੂੰ ਠੋਡੀ ਤੋਂ ਫੜ ਕੇ ਉਠਾ ਲਿਆ। ਸਾਧ ਸੰਗਤ ਮੈਂ ਕੱਲ
क्योंकि मनुख का संकल्प होना चाहिए है। ਇਹਦਾ संकल्प सी वेखण दा, ये गल नहीं विखाया भी गुरु ने, नाल दी नाल बेहोश हो गया, गुरु ने फिर भी उठा लिया। देखो मैं एक ना जदों असीं दरबार साहब जाने, मैं कल एक किताब पढ़ रहा सी, उत्थे एक बाजार है माई सेवा, किताबां दा बाजार है, उत्थे नाम बाहर ही उहदा नाम है माई सेवा। ਉਹਦੇ बारे लिखिया होया सी, कहंदे माई सेवा गुरु साहब जी के टाइम ही हुई। ਉਹ ਸੁਖਮਨੀ ਸਾਹਿਬ ਦਾ ਪਾਠ ਕਰਦੀ, ਉਹਨੇ ਮਨ ਵਿੱਚ ਇਹ ਸੰਕਲਪ ਰੱਖਿਆ, ਮੈਂ ਪਾਠ ਕਰਾਂਗੀ, ਪਾਠ ਕਰਦਿਆਂ ਉੱਠਣਾ ਨਹੀਂ ਹੈ ਵਿੱਚ, ਭਾਵੇਂ ਵੱਡੇ ਤੋਂ ਵੱਡਾ ਕੰਮ ਖਰਾਬ ਹੋ ਜਾਏ, ਉੱਠਾਂਗੀ ਨਹੀਂ। ਇਹ ਉਹਨੇ ਮਨ ਵਿੱਚ ਧਾਰ ਲਿਆ। ਪਾਠ ਕਰਦੀ ਹੈ ਰੋਜ਼। ਇੱਕ ਦਿਨ ਪਾਠ ਕਰ ਰਹੀ, ਉਹਦਾ ਬੱਚਾ ਛੋਟਾ ਸੀ ਕੋਲ ਆਇਆ, ਕੱਚੇ ਘਰ ਹੁੰਦੇ ਸੀ ਉਦੋਂ। ਬੱਚੇ ਨੇ ਕੋਈ ਚੀਜ਼ ਮੰਗੀ, ਨਾਲੋਂ ਨਾਲ ਉਹਨੇ ਇਸ਼ਾਰਾ ਕਰ ਦਿੱਤਾ, ਕਿਉਂਕਿ ਸਾਧ ਸੰਗਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ एकाग्रचित हो के उन्हें इशारा कर दिता, चलिया गया। वो किते अंदर रसोई दे विच सप सी, बच्चे नूं वढ़ गया। बच्चा रोज बड़ी तेज रो रहा है, अपनी मां नूं रो के दस रहा भी मेरे सप वढ़ गया, मैनूं बचा ला। उठी नहीं। संकल्प सी पाठ करना है, फिर ही उठना है। पाठ निरंतर करती रही। बच्चा डिग गया। उत्थे डिगण तो बाद उहदा घर वाला आया, वो भी गुरमुख सी, गुरु नूं मनण वाला सी। उन्हें सारी गल दसी कि मैं अपने संकल्प ते अड़ी हुई सी, वो डिग गया, थल्ले डिग गया, मैं नहीं उठी। माँ का दिल वैसे कोमल हुंदा, पर गुरु दे नाल प्रेम, बाणी नाल प्रेम, वो भी बड़ा वड्डी चीज़ है। साध संगत इत्थे ते ओह मातावां होईयां ने जिन्हां दे सामने उन्हां दे बच्चे चुक के नेजियां ते उन्हां पवाए, हार पवाए गलां दे विच। ऐसियां मावां ਇਹ ਕਿੱਥੋਂ आई शक्ति? गुरबाणी पढ़ के। ऐसियां मावां भी हुई। मीर मन्नू ने वड्डियां लख पाइयां, फिर भी खिड़े गुलजार वांगू। बंद बंड भी करके वेग चुके, फुल महकने जरा ना बंद होए। चाड़ चरखड़ियां परखदे योधियां नूं साडे कद होर भी बुलंद होए। टोटे जिगर दे सामने करन टोटे, मावां डकरे झोली पाउंदियां ने। उच्चा सुट के बोचदे नेजियां ते भोरा फिर भी ना घबराउंदियां ने। साध संगत उच्चा सुटते हैं, नेजे के उत्ते टंग लेंदे ने बच्चे नूं, छोटिया छोटिया नूं, पर मावां घबराउंदियां नहीं। हुण वो माई जिहड़ी है, अपने दोवें मियाँ बीबी ने बच्चे नूं चुक्या, कहंदे चलो संस्कार करिए, लै चले। गुरु साहब नूं ये गल पता लगी, महाराज ने उन्होंने सद लिया। सद के कहंदे ने भाई किधर चले? कहंदे महाराज बच्चा सी, आप जी की भावना नाल मैं ते बैठी हुई सी, हुण इहदा संस्कार करदे आ। मार के नहीं, तुहाडी सेवा थाएं पई है। महाराज साहब ने हथ पाया, बच्चे नूं जीवित कर दिता। सारा जहर सब गुरु दे। महाराज बाणी ते कहंदी प्रभ भावै बिन सास रखे। गुरु चाहुंदा बिना सवासां तो रख सकदा। साध संगत परमेश्वर चाहे मनुख नूं बिना सवासां तो रख सकदा। कई वारी मनुख मिट्टियां थले डब जांदे ने, उत्तों इमारतां डिगदियां ने, 5 7 दिनां बाद भी जाग पैंदे ने। ओहदी मर्जी है। हुण साध संगत ये प्रण है उहदा माई का, सेवा सफल हुई। गल मनुख के अकीदे की है, प्रण की है। उहदा प्रण किड्डा तकड़ा है। परमेश्वर नूं उहने किन्ना कुछ जाणिया, उहदे प्रण तो पता लगेगा परमेश्वर बारे वो किन्ना जानदा है, कि उहदा विश्वास है परमेश्वर ते, जिहदे अगे अरदास करदा है कि उहनूं जाणदा है। हुण ये ब्राह्मण है, इहदे अंदर संकल्प सी करन दा, इहने भी किया मैं सह लवांगा, भावें इहदी जान ही चली जांदी। डिग गया बेहोश होके, प्राण एवें लगदा प्राण चले गए ने। गुरु साहब जी ने इनू उठा लिया है। मनो मृतक पाप पुण्य जीवायो, खुले नेत्र गुर दर्शन पायो। मानो इवें लगदा मरे हुए नू गुरु ने जवाया। नेत्र खुले, नेत्र खुलदे उन्हें सामने गुरु अमरदास जी दे दर्शन कीते हन। देख प्रभाव चकत चित रहियो, कर जोरत गुर को बच कहियो। महाराज जी का प्रभाव वेख के चकित हो गया, हथ जोड़ के गुरु साहब सामने बेनती करता है। देहो शरण करिए निज दास, बनो किता किरकारत पूरो आस। बेनती की करता है? कहते महाराज मैनू अपना सेवक बना लो, मेरे मन दीयां इच्छावां अपने आप पूरियां हो जाणगियां। अपने दर घर का सेवक बनाओ,
ਮੇਰੇ ਤੇ ਕਿਰਤਾਰਥ ਕਰਕੇ ਮੇਰੀ ਆਸ ਨੂੰ ਪੂਰੀ ਕਰ ਦੇਵੋ। ਵਿਕਸੇ ਸਤਿਗੁਰ ਬਹੁਰ ਉਚਾਰਾ, ਸੁਣ ਖੇਡਾ ਤੂੰ ਦਾਸ ਹਮਾਰਾ। ਮਹਾਰਾਜ ਜੀ ਨੇ ਜਦੋਂ ਐਸੇ ਪ੍ਰੇਮ ਵਾਲੇ ਬਚਨ ਸੁਣੇ ਨਾ, ਅਰਦਾਸ ਵਾਲੇ, ਗੁਰੂ ਖੁਸ਼ ਹੋ ਗਏ। ਸਾਧ ਸੰਗਤ, ਮਨੁੱਖ ਪ੍ਰਾਰਥਨਾ ਕਰੇ ਗੁਰੂ ਦੇ ਅੱਗੇ, ਅਰਦਾਸ ਕਰੇ, ਔਰ ਅਰਦਾਸ ਵਿੱਚ ਐਵੇਂ ਹੋਣਾ ਚਾਹੀਦਾ ਹੈ ਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੁਣ, ਮੇਰਾ ਕੋਈ ਆਸਰਾ ਨਹੀਂ ਹੈ। ਜਿਸ ਦਿਨ ਸਾਰੇ ਤਰਫ ਦੇ ਆਸਰੇ ਮਨੁੱਖ ਤਿਆਗ ਦੇਗਾ ਨਾ, ਉਸ ਦਿਨ ਪ੍ਰਮਾਤਮਾ ਇਹਦੀ ਅਰਦਾਸ ਬਿਨਾਂ ਸ਼ਬਦਾਂ ਤੋਂ ਹੀ ਸੁਣ ਲੈਂਦਾ ਹੈ। ਜਦੋਂ ਤਾਈਂ ਇਹਨੂੰ ਕਿਸੇ ਹੋਰ ਦੀ ਆਸ ਹੈ, ਉਦੋਂ ਤਾਈਂ ਇਹਦੀ ਅਰਦਾਸ ਮੁਕੰਮਲ ਨਹੀਂ ਹੈ। ਜਿਸ ਦਿਨ ਦੁਨੀਆ ਦੀ ਆਸ ਮੁੱਕ ਜਾਂਦੀ ਹੈ, ਹਰੇਕ ਕਿਸੇ ਦੀ ਆਸ, ਉਸ ਦਿਨ ਇਹਦੇ ਸਾਹਮਣੇ ਪ੍ਰਮਾਤਮਾ ਅੱਗੇ ਕੀਤੀ ਇੱਕ ਇੱਕ ਅਰਦਾਸ ਇਹਦੀ ਸਫਲ ਹੈ। ਧਰ ਜੀਅੜੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਬਗਾਨੀਆਂ ਆਸਾਂ ਲਾ। ਜਿਸ ਦਿਨ ਬਗਾਨੀ ਆਸ ਨਿਕਲ ਜਾਂਦੀ ਹੈ ਸਾਧ ਸੰਗਤ, ਫਿਰ ਇਹਨੂੰ ਬੋਲਣ ਦੀ ਲੋੜ ਨਹੀਂ, ਫਿਰ ਇਹਦੇ ਦਿਲਾਂ ਦੀਆਂ ਉਹ ਪੂਰੀਆਂ ਕਰੀ ਜਾਂਦਾ ਹੈ। ਫਿਰ ਮਹਾਰਾਜ ਇਹ ਉਹ ਅਵਸਥਾ ਆ ਜਾਂਦੀ ਹੈ, ਵਿਣ ਬੋਲਿਆ ਸਭ ਕੀ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਫਿਰ ਬਿਨਾਂ ਬੋਲਿਆ ਉਹਦੀਆਂ ਗੱਲਾਂ ਮੰਨਦਾ ਹੈ। ਬਾਣੀ ਤੇ ਕਹਿੰਦੀ ਹੈ ਐਸਾ ਇਹ ਬਣ ਜਾਂਦਾ ਹੈ ਬੰਦਗੀ ਕਰ ਕਰਕੇ। ਬਾਣੀ ਨੇ ਉਹ ਗੁਰਮੁਖ, ਉਹ ਗੁਰਸਿੱਖ ਐਸਾ ਬਣ ਜਾਂਦਾ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਰਮੇਸ਼ਰ ਇਹਦੇ ਕੰਮ ਫਿਰ ਆਪ ਕਰਦਾ ਹੈ। ਮੈਂ ਤਾਂ ਕਹਿੰਦਾ ਭਗਤ ਧੰਨਾ ਜੀ ਨੇ ਸਭ ਤੋਂ ਵੱਡੀ ਪ੍ਰਾਪਤੀ, ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ ਨਾ, ਉਹਨਾਂ ਇੱਕ ਗੱਲ ਦੁਨੀਆ ਨੂੰ ਬੜੇ ਠੋਕ ਕੇ ਕਹੀ, ਕਹਿੰਦੇ ਦੁਨੀਆ ਵਾਲਿਓ ਇੱਕ ਗੱਲ ਯਾਦ ਰੱਖਿਓ, ਇੱਕ ਪ੍ਰਮਾਤਮਾ ਦਾ ਗੁਣ ਹੈ ਜਿਹੜਾ ਮੈਂ ਤੁਹਾਨੂੰ ਦੇਣ ਲੱਗਿਆ। ਉਹ ਕਿਹੜਾ ਗੁਣ ਸੀ? ਕਹਿੰਦੇ ਯਾਦ ਰੱਖਿਓ, ਜਿਹੜੇ ਲੋਕ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਪ੍ਰਮਾਤਮਾ ਉਹਨਾਂ ਦੇ ਕਾਰਜ ਸਵਾਰਦਾ ਹੈ। ਜਿਹੜੇ ਪ੍ਰਮਾਤਮਾ ਦੇ ਗੁਣ, ਇੱਥੋਂ ਇੱਕ ਸਵਾਲ ਪੈਦਾ ਹੋਇਆ ਕਿ ਪ੍ਰਮਾਤਮਾ ਖੁਦ ਗਰਜ ਹੈ? ਜਿਹੜੇ ਉਹਦੀ ਪ੍ਰਸ਼ੰਸਾ ਕਰਦੇ ਨੇ ਉਹਨਾਂ ਦੇ ਸਵਾਰਦਾ? ਨਹੀਂ ਸਾਧ ਸੰਗਤ, ਪ੍ਰਮਾਤਮਾ ਪ੍ਰਕਾਸ਼ ਹੈ, ਉਹਨਾਂ ਦੇ ਕਿਉਂ ਸਵਾਰਦਾ ਜਿਹੜੇ ਬੰਦਗੀ ਕਰਦੇ ਨੇ? ਕਿਉਂ? ਸੂਰਜ ਚੜ੍ਹਿਆ ਹੈ। ਜਿਹੜੇ ਪ੍ਰਮਾਤਮਾ ਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਆਪਣੇ ਘਰ ਦੇ ਦਰਵਾਜ਼ੇ ਬੰਦ ਕੀਤੇ ਹੋਏ ਨੇ, ਅੰਦਰ ਪ੍ਰਕਾਸ਼ ਕਿਵੇਂ ਆਏ? ਜਿਹੜੇ ਮਨੁੱਖ ਨੇ ਆਪਣੇ ਘਰ ਦੀਆਂ ਖਿੜਕੀਆਂ ਬੰਦ ਕੀਤੀਆਂ ਹੋਈਆਂ ਨੇ, ਉਹ ਕਹੇ ਮੇਰੇ ਘਰ ਸੂਰਜ ਦਾ ਪ੍ਰਕਾਸ਼ ਨਹੀਂ ਆਏਗਾ ਕਿਵੇਂ? ਖਿੜਕੀਆਂ ਬੰਦ ਨੇ। ਸਾਧ ਸੰਗਤ, ਉੱਥੇ ਸਾਰਿਆਂ ਵਾਸਤੇ ਪ੍ਰਕਾਸ਼ ਦੇ ਰਿਹਾ ਹੈ, ਉੱਥੇ ਸਾਰਿਆਂ ਨੂੰ ਚਾਨਣ ਦੇ ਰਿਹਾ ਹੈ। ਜੇ ਮਨੁੱਖ ਨੇ ਆਪਣੇ ਹੀ ਦਰਵਾਜ਼ੇ ਬੰਦ ਕੀਤੇ ਹੋਣ ਤੇ ਮਿਲੇਗਾ ਕਿਵੇਂ? ਭਗਤ ਧੰਨਾ ਜੀ ਕਹਿੰਦੇ ਨੇ, ਕਹਿੰਦੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਬੜੀ ਦ੍ਰਿੜਤਾ ਨਾਲ ਗੱਲ ਕਹੀ। ਕਹਿੰਦੇ ਯਾਦ ਰੱਖਿਓ ਦੁਨੀਆ ਵਾਲਿਓ ਇੱਕ ਗੱਲ, ਜਿਹੜੇ ਮਨੁੱਖ ਪ੍ਰਭੂ ਦੀ ਬੰਦਗੀ ਕਰਦੇ ਨੇ, ਜਿਹੜੇ ਵੀ ਕਾਰਜ ਵਿੱਚ ਉਹਨੂੰ ਆਵਾਜ਼ ਮਾਰਦੇ ਨੇ, ਪਹਿਲੀ ਤੇ ਲੋੜ ਹੀ ਨਹੀਂ ਆਵਾਜ਼ ਮਾਰਨ ਦੀ, ਉਹ ਆਪ ਹੀ ਆ ਜਾਂਦਾ ਹੈ, ਲੋੜ ਹੀ ਨਹੀਂ, ਕਿਉਂਕਿ ਬਿਨ ਬੋਲਿਆ ਸਭ ਕੀ ਜਾਣਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਖੁਸ਼ ਹੋ ਗਏ, ਉਹਦੀ ਅਰਦਾਸ ਤੇ ਹੱਥ ਜੋੜ ਕੇ ਕੀਤੀ। ਮਹਾਰਾਜ ਹੁਣ ਖੁਸ਼ ਹੋਏ ਨੇ ਤੇ ਮਹਾਰਾਜ ਉਸ ਨੂੰ ਕੀ ਕਹਿੰਦੇ ਹਨ? ਕਰੋ ਸਦਾ ਦੇਵੀ ਕੀ ਸੇਵਾ, ਜਪ ਸਤ ਨਾਮ ਮੰਤਰ ਗੁਰ ਦੇਵਾ। ਮਹਾਰਾਜ ਕਹਿੰਦੇ ਤੂੰ ਅੱਜ ਤਾਈਂ ਦੇਵੀ ਦੀ ਸੇਵਾ ਕਰਦਾ ਰਹੇ ਭਾਈ, ਅੱਜ ਤੋਂ ਪ੍ਰਮਾਤਮਾ ਦਾ ਨਾਮ ਹੈ, ਸਤਨਾਮ ਜਪਿਆ ਕਰ। ਸਤਨਾਮ ਰੂਪੀ ਮੰਤਰ ਜਪ, ਜਿਹੜਾ ਵੀ ਤੇਰਾ ਪਰਮੇਸ਼ਰ ਦਾ ਨਾਮ ਹੈ ਸਚਾਈ ਦੇ ਵਿੱਚ, ਔਰ ਸਤਨਾਮ ਦਾ ਮੰਤਰ ਜਪਣਾ ਕਰ। ਮਿਲੇ ਜੋ ਤੋਹੇ ਦੇਹੋ ਉਪਦੇਸਾ, ਸਿੱਖੀ ਕੋ ਵਿਸਤਾਰ ਵਿਸ਼ੇਸਾ। ਨਾਲ ਦੀ ਨਾਲ ਬਖਸ਼ਿਸ਼ ਕੀਤੀ, ਅੱਜ ਤੋਂ ਬਾਅਦ ਜਿਹੜਾ ਵੀ ਤੈਨੂੰ ਮਿਲੇਗਾ ਉਹਨੂੰ ਸਿੱਖੀ ਦਾ ਪ੍ਰਚਾਰ ਕਰਨਾ ਹੈ। ਭਾਵ ਉਹਨੂੰ ਕਹਿਣਾ ਭਾਈ ਪਰਮੇਸ਼ਰ ਦੀ ਬੰਦਗੀ ਕਰੋ। ਸਿੱਖੀ ਕੀ ਹੈ ਸਾਧ ਸੰਗਤ? ਪਰਮੇਸ਼ਰ ਦੀ ਬੰਦਗੀ। ਤਾਂ ਹੀ ਗੁਰਬਾਣੀ ਦੇ ਵਿੱਚ ਬਾਰ-ਬਾਰ ਸ਼ਬਦ ਆਇਆ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਸਿੱਖੀ ਦਾ ਆਧਾਰ ਕੀ ਹੈ? ਬੰਦਗੀ। ਬੰਦਗੀ ਕਰਨੀ, ਬਾਕੀ ਸੇਵਾ ਕਰਨੀ ਇਹ ਸੈਕੰਡਰੀ ਹੈ। ਮਨੁੱਖ ਦਾ ਪ੍ਰਯੋਜਨ ਦੁਨੀਆ ਤੇ ਬੰਦਗੀ ਹੈ। ਇਸ ਕਰਕੇ ਮਹਾਰਾਜ ਉਹਨੂੰ ਕਹਿੰਦੇ ਆਪ ਵੀ ਬੰਦਗੀ ਕਰ। ਕੋਈ ਹੋਰ ਵੀ ਭੁੱਲਿਆ ਭਟਕਾ ਮਿਲਦਾ ਹੈ, ਉਹਨੂੰ ਵੀ ਕਹਿ ਭਾਈ ਬੰਦਗੀ ਕਰ, ਐਸਾ ਜਨਮ ਦੁਬਾਰਾ ਨਹੀਂ ਮਿਲਣਾ ਹੈ। ਇਮ ਕਹੈ ਕਿਰਪਾ ਦ੍ਰਿਸ਼ਟ ਸੋਹੇਰਾ, ਉਪਜੋ ਬ੍ਰਹਮ ਗਿਆਨ ਤਿਸ ਬੇਰਾ। ਐਵੇਂ ਕਰਕੇ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਉਹਦੇ ਵੱਲ ਵੇਖਿਆ, ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ, ਉਹਦੀ ਮਨ ਦੇ ਵਿੱਚ
ਉਹਨੂੰ ਸਾਧ ਸੰਗਤ ਬ੍ਰਹਮ ਗਿਆਨ ਪੈਦਾ ਹੋ ਗਿਆ ਹੈ। ਕਰ ਅਜਮਤ ਜੁਤ ਦੀਨ ਬੇਦਾਈ, ਰਾਮ ਨਾਮ ਕੀ ਔਰ ਲਿਵ ਲਾਈ। ਕਰਾਮਾਤਾਂ ਦੇ ਨਾਲ ਭਰਪੂਰਨ ਹੋ ਗਿਆ। ਮਹਾਰਾਜ ਜੀ ਨੇ ਰਾਮ ਨਾਮ ਦੀ ਲਿਵ ਉਹਦੇ ਅੰਦਰ ਲਾ ਦਿੱਤੀ। ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਹੁਣ ਰਾਮ ਦਾ ਨਾਂ ਜਿਹੜਾ ਰਮਿਆ ਹੋਇਆ ਹੈ, ਪ੍ਰਮਾਤਮਾ ਦਾ ਨਾਂ, ਪ੍ਰਭੂ ਦੀ ਬੰਦਗੀ ਹੀ ਕਰੀ ਜਾਂਦਾ ਹੈ। ਭੁਗਤ ਮੁਕਤ ਲੈ ਘਰ ਕੋ ਗਇਓ, ਨਰ ਅਨੇਕ ਕੋ ਸੰਕਟ ਹਯੋ। ਮੁਕਤੀ ਤੇ ਭੁਗਤੀ ਲੈ ਕੇ ਆਪਣੇ ਘਰ ਨੂੰ ਗਿਆ ਤੇ ਅਨੇਕਾਂ ਹੀ ਲੋਕਾਂ ਦਾ ਉਹਨੇ ਸੰਕਟ ਦੂਰ ਕੀਤਾ ਹੈ। ਜਿਨ ਜਿਨ ਸੰਗਤ ਤਿਸ ਕੀ ਕੀਨ, ਤਿਨਹੂ ਨਹੀਂ ਜਮ ਕੋ ਦੁਖ ਲੀਨ। ਜਿਸ ਨੇ ਵੀ ਉਹਦੀ ਸੰਗਤ ਕੀਤੀ, ਸਾਧ ਸੰਗਤ, ਉਸ ਨੂੰ ਦੁਬਾਰਾ ਫਿਰ ਜਮਾਂ ਦਾ ਦੁੱਖ ਨਹੀਂ ਮਿਲਿਆ ਹੈ। ਸਤਿਗੁਰ ਕੀ ਸਿੱਖੀ ਬਿਰਧਾਈ, ਦਰਸ਼ਨ ਪਰਸੇ ਕਬ ਕਬ ਆਈ। ਉਸ ਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਗੁਰੂ ਦੇ ਉਪਦੇਸ਼ਾਂ ਨੂੰ ਫੈਲਾਇਆ, ਮਹਾਰਾਜ ਦੇ ਪਵਿੱਤਰ ਬੋਲਾਂ ਨੂੰ ਫੈਲਾਇਆ। ਭਾਈ ਬੰਦਗੀ ਕਰੋ, ਅਬ ਕਲੂ ਆਇਓ ਰੇ ਇੱਕ ਨਾਮ ਬੋਵ ਹੋ। ਭਾਈ ਹੁਣ ਕਲਯੁਗ ਦਾ ਟਾਈਮ ਹੈ, ਬੰਦਗੀ ਕਰੋ। ਇਹ ਉਪਦੇਸ਼ ਉਹਨੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਫੈਲਾਏ ਹਨ। ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ, ਨਿਜ ਕੁਟੰਬ ਜੁਤ ਭੌਜਲ ਤਰੈ। ਕਹਿੰਦੇ ਸ਼੍ਰੀ ਗੁਰੂ ਜੀ ਜਿਸ ਉੱਤੇ ਵੀ ਆਪਣੀ ਕਿਰਪਾ ਕਰਦੇ ਨੇ, ਜਿਹਦੇ ਤੇ ਮਹਾਰਾਜ ਪ੍ਰਸੰਨ ਹੋ ਜਾਂਦੇ ਨੇ, ਉਹ ਆਪ ਵੀ ਪਾਰ ਉਤਾਰਾ ਹੁੰਦਾ ਹੈ, ਉਹਦੇ ਪਰਿਵਾਰ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜਿਮ ਗੋਂਦੇ ਗੁਰ ਅੰਗਦ ਪਾਸ, ਪੂਰਬ ਕਰੀ ਹੁਤੀ ਅਰਦਾਸ। ਐਵੇਂ ਗੋਂਦੇ ਨਾਂ ਦਾ ਖੱਤਰੀ ਸੀ, ਜਿਹਨੇ ਗੋਇੰਦਵਾਲ ਸਾਹਿਬ ਨਗਰ ਮਹਾਰਾਜ ਨੂੰ ਦਿੱਤਾ, ਜਗ੍ਹਾ ਦਿੱਤੀ। ਉਹਨੇ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਸੀ, ਗੋਇੰਦਵਾਲ ਬਿਸਾਲ ਬਿਸਾਇਓ, ਸੋ ਗੁਰ ਕੇ ਅਨੁਸਾਰ ਰਹਾਇਓ। ਮਹਾਰਾਜ ਨੇ ਗੋਇੰਦਵਾਲ ਨਗਰ ਵਸਾਇਆ। ਉਹ ਗੋਂਦੇ ਨਾਂ ਦਾ ਖੱਤਰੀ ਜਦੋਂ ਤਾਈਂ ਵੀ ਆਪਣੀ ਜ਼ਿੰਦਗੀ ਵਿੱਚ ਰਿਹਾ, ਗੁਰੂ ਜੀ ਦੀ ਆਗਿਆ ਵਿੱਚ ਹੀ ਚੱਲਦਾ ਰਿਹਾ ਹੈ। ਆਰਬਲਾ ਤਿਸ ਪੂਰੀ ਭਈ, ਪ੍ਰਾਣ ਅੰਤ ਕਾਇਆ ਤਜ ਦਈ। ਜਦੋਂ ਤਾਈਂ ਉਹਦੀ ਜ਼ਿੰਦਗੀ ਰਹੀ, ਉਹਨੇ ਗੁਰੂ ਸਾਹਿਬ ਜੀ ਦੀ ਅਧੀਨਗੀ ਸਵੀਕਾਰ ਕੀਤੀ, ਫਿਰ ਉਹਨੇ ਪ੍ਰਾਣ ਤਿਆਗ ਦਿੱਤੇ। ਸਾਧ ਸੰਗਤ, ਇੱਥੋਂ ਤਾਈਂ ਦੀ ਕਥਾ ਆਪਾਂ ਸ਼ਰਵਣ ਕਰਾਂਗੇ। ਕੱਲ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨ। ਹੁਣ ਇਹ ਜਿਹੜਾ ਗੋਇੰਦਵਾਲ ਗੋਂਦਾ ਨਾਂ ਖੱਤਰੀ ਹੈ, ਇਹਦੀ ਜਿਹੜੀ ਔਲਾਦ ਹੈ, ਹੁਣ ਮਹਾਰਾਜ ਜੀ ਤੋਂ ਆ ਕੇ ਪੈਸੇ ਮੰਗਦੀ ਹੈ ਕਿ ਸਾਨੂੰ ਹੁਣ ਆ ਗੋਇੰਦਵਾਲ ਸਾਹਿਬ ਹੈ, ਇਹਦੇ ਪੈਸੇ ਵੀ ਦਿਓ। ਤੁਹਾਡੇ ਕੋਲ ਬੜੇ ਲੋਕੀ ਆਉਂਦੇ ਨੇ ਹੰਕਾਰ ਦੇ ਵਿੱਚ ਆ ਕੇ ਗੁਰੂ ਜੀ ਦੇ ਸਾਹਮਣੇ। ਔਰ ਫਿਰ ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਵੀ ਗੁਰਬਾਣੀ ਦੇ ਵਿੱਚ ਵਾਰ ਦੇ ਵਿੱਚ ਐਡ ਕੀਤਾ ਹੈ, ਗੌੜੀ ਦੀ ਵਾਰ ਵਿੱਚ, ਮਲ ਜੂਈ ਭਰਿਆ ਨੀਲਾ ਕਾਲਾ ਕਿੰਦੋਲੜਾ। ਇਹ ਸ਼ਬਦ ਦੀ ਵਿਆਖਿਆ ਵੀ ਆਪਾਂ ਕੱਲ ਨੂੰ, ਕਿਉਂਕਿ ਉਹ ਲੈ ਕੇ ਆਪਣੀ ਫਰਿਆਦ ਲੈ ਕੇ ਦਿੱਲੀ ਤਖਤ ਤਾਈਂ ਜਾਂਦਾ ਹੈ ਗੁਰੂ ਜੀ ਦੇ ਖਿਲਾਫ, ਔਰ ਕੀ ਉਹਦੇ ਹਸ਼ਰ ਹੁੰਦਾ ਹੈ, ਇਹ ਕੱਲ ਦੀ ਆਪਾਂ ਸੰਗਤ ਦੇ ਵਿੱਚ ਮਹਾਰਾਜ ਕਿਰਪਾ ਕਰਨ ਕੱਲ ਨੂੰ ਇਹਦੀ ਵਿਚਾਰ ਕਰਾਂਗੇ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਸਭ ਨੂੰ ਉਦਮ ਉਪਰਾਲੇ ਬਖਸ਼ਣ। ਆਪ ਐਸੇ ਤਰੀਕੇ ਨਾਲ ਗੁਰੂ ਦੀ ਸੰਗਤ ਵਿੱਚ ਆ ਕੇ ਆਪਣੀ ਜ਼ਿੰਦਗੀ ਦੇ ਸਵਾਸਾਂ ਨੂੰ ਸਫਲ ਕਰ ਸਕੋ। ਮਹਾਰਾਜ ਸਭ ਨੂੰ ਦੇਹ ਅਰੋਗਤਾ ਨਾਮ ਦੀ ਦਾਤ ਬਖਸ਼ਣ, ਘਰਾਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ। ਹੋਈ ਭੁੱਲ ਚੁੱਕ ਦੀ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।